ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਡੇਲੀ ਬੇਸ ਦੇ ਉੱਤੇ ਪੰਜਾਬ ਹਿਸਟਰੀ ਐਂਡ ਕਲਚਰ ਨੂੰ ਲੈ ਕੇ ਚੱਲੇ ਹੋਏ ਹਾਂ। ਪੰਜਾਬ ਦੇ ਹਰ ਇੱਕ ਗਵਰਨਮੈਂਟ ਐਗਜ਼ਾਮ ਦੇ ਲਈ ਜੋ ਬਹੁਤ ਜ਼ਿਆਦਾ ਇੰਪੋਰਟੈਂਟ ਤੇ ਇੱਕ ਕ੍ਰੂਸ਼ੀਅਲ ਸਬਜੈਕਟ ਹੈ, ਜਿਸ ਦੇ ਆਪਾਂ ਟੌਪਿਕ ਬਾਈ ਟੌਪਿਕ ਚੱਲਦੇ ਜਾਵਾਂਗੇ ਤੇ ਸਾਰੇ ਦੇ ਸਾਰੇ ਸਿਲੇਬਸ ਨੂੰ, ਪੰਜਾਬ ਹਿਸਟਰੀ ਐਂਡ ਕਲਚਰ ਦੇ ਸਿਲੇਬਸ ਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਅੱਜ ਆਪਣਾ ਪੰਜਾਬ ਹਿਸਟਰੀ ਐਂਡ ਕਲਚਰ ਦਾ ਲੈਕਚਰ ਸੈਕਿੰਡ ਹੈ, ਜਿਸ ਨੂੰ ਆਪਾਂ ਬਰੀਫਲੀ ਡਿਸਕਸ ਕਰਾਂਗੇ ਹੁਣ। ਸੋ ਕੱਲ ਆਪਾਂ ਡਿਸਕਸ ਕੀਤਾ ਸੀ ਕਿ ਪੰਜਾਬ ਨੂੰ 3 ਰੀਜਨ ਦੇ ਵਿੱਚ ਕਿਵੇਂ ਡਿਵਾਈਡ ਕੀਤਾ ਹੋਇਆ ਹੈ, ਕਿਸ ਤਰੀਕੇ ਦੇ ਪੰਜਾਬ ਦੀਆਂ ਲੈਂਡ ਫਾਰਮਸ ਨੇ, ਸ਼ਿਵਾਲਿਕ ਲੈਂਡ ਫਾਰਮਸ ਨੇ, ਐਲੋਵੀਅਲ ਪਲੇਨਸ ਨੇ, ਡਿਊਨਸ ਨੇ। ਸੋ ਉਹ ਸਭ ਕੁਝ ਆਪਾਂ ਡਿਸਕਸ ਕਰ ਚੁੱਕੇ ਹਾਂ। ਸੋ ਅੱਜ ਆਪਾਂ ਪੰਜਾਬ ਦੇ ਫਿਜ਼ੀਕਲ ਫੀਚਰ ਦਾ ਉਹ ਵਾਲਾ ਪਾਰਟ ਚੱਕਿਆ ਹੈ ਜੋ ਕਿ ਬਹੁਤ ਇੰਪੋਰਟੈਂਟ ਹੈ ਐਗਜ਼ਾਮ ਪੁਆਇੰਟ ਆਫ ਵਿਊ ਨਾਲ। ਪੰਜਾਬ ਦਾ ਡਰੇਨੇਜ ਸਿਸਟਮ, ਕਿ ਪੰਜਾਬ ਦੇ ਜਿਹੜੇ ਪਾਣੀ ਦੇ ਸੋਰਸ ਨੇ ਉਹਨਾਂ ਬਾਰੇ ਡਿਸਕਸ ਕਰਾਂਗੇ। ਨੋਰਮਲੀ ਸਭ ਨੂੰ ਪਤਾ ਹੈ ਕਿ ਅਗਰ ਜਦੋਂ ਵੀ ਪੰਜਾਬ ਦੇ ਡਰੇਨੇਜ ਸਿਸਟਮ ਬਾਰੇ ਗੱਲ ਕਰਦੇ ਆ ਤਾਂ ਸਾਡੇ ਦਿਮਾਗ ਦੇ ਵਿੱਚ ਸਿਰਫ 3 ਰਿਵਰਸ ਆਉਂਦੀਆਂ, ਬਿਕਾਜ਼ ਪ੍ਰੈਜ਼ੈਂਟਲੀ ਪੰਜਾਬ ਦੇ ਵਿੱਚ 3 ਹੀ ਰਿਵਰਸ ਤੁਹਾਨੂੰ ਦੇਖਣ ਨੂੰ ਮਿਲਦੀਆਂ ਨੇ। ਰਾਵੀ ਹੋ ਗਿਆ, ਸਤਲੁਜ ਹੋ ਗਿਆ ਤੇ ਬਿਆਸ ਹੋ ਗਿਆ। ਸੋ ਉਸ ਤੋਂ ਪਹਿਲਾਂ ਕਿੰਨੀਆਂ ਰਿਵਰ ਸੀ ਪੰਜਾਬ ਦੇ ਵਿੱਚ, ਕਿੱਥੋਂ ਕਿੱਥੋਂ ਔਰਿਜਿਨੇਟ ਹੁੰਦੀਆਂ ਨੇ, ਕਿੱਥੇ ਕਿਹੜੇ ਕਿਹੜੇ ਡੈਮਸ ਉਹਨਾਂ ਦੇ ਉੱਤੇ ਬਣੇ ਹੋਏ ਨੇ। ਸੋ ਓਵਰਆਲ ਸਾਰੀ ਹੀ ਚੀਜ਼ਾਂ ਨੂੰ ਆਪਾਂ ਡਿਸਕਸ ਕਰਦੇ ਚੱਲਾਂਗੇ ਤਾਂ ਜੋ ਐਗਜ਼ਾਮ ਦੇ ਵਿੱਚ ਕਿਤੋਂ ਵੀ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛਿਆ ਜਾਵੇ ਸੋ ਤੁਸੀਂ ਈਜ਼ੀਲੀ ਉਸ ਕੁਐਸਚਨਸ ਨੂੰ ਟੈਕਲ ਕਰ ਸਕੋ। ਸੋ ਆਪਾਂ ਅੱਜ ਦੇ ਸਟਾਰਟ ਕਰਨ ਜਾ ਰਹੇ ਹਾਂ। ਸਟਾਰਟ ਕਰਨ ਤੋਂ ਪਹਿਲਾਂ ਆਲਰੇਡੀ ਤੁਹਾਨੂੰ ਫਸਟ ਸਲਾਈਡ ਦੇ ਉੱਤੇ ਹੀ ਸਾਰੀ ਹੀ ਰਿਵਰਸ ਡਿਸਪਲੇ ਹੋ ਚੁੱਕੀਆਂ ਨੇ ਕਿ ਕਿਸ ਤਰੀਕੇ ਦੀਆਂ ਰਿਵਰਸ ਨੇ ਜੋ ਪੰਜਾਬ ਦੇ ਵਿੱਚ, ਪਹਿਲੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਫਲੋ ਕਰਦੀਆਂ ਨੇ। ਸੋ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਪੰਜਾਬ ਦਾ ਡਰੇਨੇਜ ਸਿਸਟਮ। ਤੇ ਡਰੇਨੇਜ ਸਿਸਟਮ ਨੂੰ ਸਟਾਰਟ ਕਰਨ ਤੋਂ ਪਹਿਲਾਂ ਫਸਟਲੀ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੋ ਪੰਜਾਬ ਦਾ ਇੱਕ ਨੇਮ ਹੈ, ਜੋ ਪੰਜਾਬ ਦਾ ਸਾਡਾ ਨਾਮ ਹੈ, ਉਹ ਵੀ ਔਰਿਜਿਨੇਟ ਕਿੱਥੋਂ ਹੋਇਆ ਹੈ? ਪੰਜਾਬ ਦੀਆਂ ਰਿਵਰਸ ਤੋਂ, ਪੰਜਾਬ ਦੀਆਂ ਨਦੀਆਂ ਤੋਂ। ਸਮੇਂ-ਸਮੇਂ ਤੇ ਡਿਫਰੈਂਟ ਲੋਕ ਸਾਡੇ ਪੰਜਾਬ ਦੇ ਵਿੱਚ ਆਉਂਦੇ ਰਹੇ ਨੇ, ਇੰਡੀਆ ਦੇ ਵਿੱਚ ਆਉਂਦੇ ਰਹੇ ਨੇ ਤੇ ਪੰਜਾਬ ਨੂੰ ਅਲੱਗ-ਅਲੱਗ ਨਾਵਾਂ ਦੇ ਨਾਲ ਰਿਪਰੈਜ਼ੈਂਟ ਕਰਦੇ ਰਹੇ ਨੇ। ਰਿਗਵੇਦਾ ਦਾ ਟਾਈਮ ਆਇਆ, ਮਹਾਭਾਰਤਾ ਦਾ ਟਾਈਮ ਆਇਆ, ਗ੍ਰੀਕਸ ਆਏ, ਉਹ ਸਭ ਨੇ ਪੰਜਾਬ ਨੂੰ ਅਲੱਗ-ਅਲੱਗ ਨਾਵਾਂ ਨਾਲ ਰਿਪਰੈਜ਼ੈਂਟ ਕੀਤਾ। ਤੇ ਉਹ ਨਾਮ ਦਾ ਜੋ ਬੇਸ ਹੁੰਦਾ ਸੀ, ਪੰਜਾਬ ਦੇ ਨਾਮ ਦਾ ਨਾਮਕਰਨ ਦਾ ਜੋ ਬੇਸ ਹੁੰਦਾ ਸੀ, ਉਹ ਡਿਪੈਂਡ ਕਰਦਾ ਸੀ, ਉਹ ਬੇਸਡ ਸੀ ਪੰਜਾਬ ਦੀਆਂ ਰਿਵਰਸ ਦੇ ਉੱਤੇ। ਸੋ ਉਹਨਾਂ ਬਾਰੇ ਹੀ ਅੱਜ ਆਪਾਂ ਡਿਸਕਸ ਕਰਾਂਗੇ, ਪੜਾਂਗੇ। ਫਸਟਲੀ ਕਹਿੰਦੇ ਦ ਲੈਂਡ ਆਫ ਪੰਜਾਬ ਵਾਸ ਵਾਟਰਡ ਬਾਈ ਵਟ ਦ ਰਿਗਵੇਦਾ ਕਾਲ 7 ਸਿੰਧੂ। ਕਹਿੰਦੇ ਰਿਗਵੇਦਾ ਦੇ ਟਾਈਮ ਦੇ ਉੱਤੇ ਪੰਜਾਬ ਨੂੰ 7 ਸਿੰਧੂ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ, ਜਿਹਦਾ ਮਤਲਬ ਸੀ ਕਿ ਪੰਜਾਬ ਦੇ ਵਿੱਚ 7 ਰਿਵਰਸ ਵਹਿੰਦੀਆਂ ਸੀ। ਕਿੰਨੀਆਂ? 7 ਰਿਵਰਸ। ਅਗਰ ਪੁੱਛਿਆ ਜਾਵੇ, ਜਿਵੇਂ ਪਟਵਾਰੀ ਦਾ ਐਗਜ਼ਾਮ ਹੋਇਆ ਸੀ, ਮੇਨਸ ਐਗਜ਼ਾਮ ਹੋਇਆ ਸੀ, ਉਹਦੇ ਵਿੱਚ ਪੁੱਛਿਆ ਗਿਆ ਸੀ ਕਿ ਪੰਜਾਬ ਦਾ ਸਭ ਤੋਂ ਪੁਰਾਣਾ ਨੇਮ ਕੀ ਹੈ, ਤਾਂ ਉਹਦਾ ਆਨਸਰ ਸੀ ਸਪਤ ਸਿੰਧੂ, ਜੋ ਆਲਰੇਡੀ ਦੱਸਿਆ ਹੋਇਆ 7 ਸਿੰਧੂ ਔਰ ਸਪਤ ਸਿੰਧੂ। ਸਪਤ ਸਿੰਧੂ ਦਾ ਮਤਲਬ ਕੀ ਸੀ ਕਿ ਉਸ ਸਮੇਂ ਪੰਜਾਬ ਦੇ ਵਿੱਚ ਸਭ ਤੋਂ ਪੁਰਾਣੇ ਸਮੇਂ ਪੰਜਾਬ ਦੇ ਵਿੱਚ ਕਿੰਨੀਆਂ ਰਿਵਰਸ ਫਲੋ ਕਰਦੀਆਂ ਸੀ? 7 ਰਿਵਰਸ ਫਲੋ ਕਰਦੀਆਂ ਸੀ। ਠੀਕ ਹੈ ਜੀ। ਸੋ ਨੈਕਸਟ ਕਹਿੰਦੇ ਦ ਮਹਾਭਾਰਤਾ ਗਿਵ ਅਸ ਦ ਅੰਡਰਸਟੈਂਡ ਦੈਟ ਦ ਲੈਂਡ ਆਫ ਪੰਜਾਬ ਵਾਸ ਵਾਟਰਡ ਬਾਈ 5 ਰਿਵਰਸ। ਕਹਿੰਦੇ ਮਹਾਭਾਰਤਾ ਨੇ ਆ ਕੇ ਦੱਸਿਆ ਕਿ ਪੰਜਾਬ ਦੇ ਵਿੱਚ ਕਿੰਨੀਆਂ ਰਿਵਰਸ ਨੇ? 5 ਰਿਵਰਸ ਨੇ। ਸੋ ਆਪਾਂ ਗੱਲ ਕਰਦੇ ਹਾਂ ਕਿਹੜੀਆਂ ਕਿਹੜੀਆਂ ਰਿਵਰਸ ਨੇ। ਪਹਿਲੀ ਆ ਜਾਂਦੀ ਹੈ ਸਤਲੁਜ, ਬਿਆਸ, ਰਾਵੀ, ਚਨਾਬ ਤੇ ਜੇਹਲਮ। 5 ਰਿਵਰਸ ਨੇ, ਸਤਲੁਜ, ਬਿਆਸ, ਰਾਵੀ, ਚਨਾਬ ਤੇ ਜੇਹਲਮ। ਇਹ ਹੈ ਜੀ ਮਹਾਭਾਰਤਾ ਦੇ ਟਾਈਮ ਦੀ ਗੱਲ। ਬਟ ਅੱਜ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 3 ਰਿਵਰਸ ਹੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ, ਸਤਲੁਜ, ਬਿਆਸ, ਰਾਵੀ। ਚਨਾਬ ਤੇ ਜੇਹਲਮ ਇਹ ਦੋਨੋਂ ਹੀ ਰਿਵਰਸ ਤੁਹਾਨੂੰ ਅੱਜ ਕੱਲ ਕਿੱਥੇ ਦੇਖਣ ਨੂੰ ਮਿਲਣਗੀਆਂ? ਪਾਕਿਸਤਾਨ ਦੇ ਵਿੱਚ ਜਾ ਕੇ ਮਿਲਣਗੀਆਂ। ਠੀਕ ਹੈ ਜੀ। ਹੁਣ ਜਿੱਥੇ ਰਾਵੀ, ਚਨਾਬ ਤੇ ਜੇਹਲਮ ਜਾ ਕੇ ਮਿਲਦੀਆਂ ਨੇ, ਉਹ ਇੱਕ ਰੀਜ਼ਨ ਹੈ ਟਰਾਈ ਮੈਪ, ਜਿਸ ਨੂੰ ਕਹਿੰਦੇ ਨੇ ਟਰਾਈ ਮੈਪ ਰੀਜ਼ਨ ਦੇ ਉੱਤੇ ਜਾ ਕੇ ਜਿੱਥੇ ਮਿਲਦੀਆਂ ਨੇ ਉਸ ਰੀਜ਼ਨ ਨੂੰ ਟਰਾਈ ਮੈਪ ਕਿਹਾ ਜਾਂਦਾ ਹੈ। ਨੈਕਸਟ ਹੈ ਕਹਿੰਦੇ ਟੂਗੈਦਰ ਵਿਦ ਦ ਸਿੰਧੂ 6। ਕਹਿੰਦੇ ਸਿੰਧੂ ਜਿਹੜੀ ਨਦੀ ਹੈ, ਠੀਕ ਹੈ ਜੀ, ਉਸ ਨੂੰ 6th ਨਦੀ ਕਿਹਾ ਜਾਂਦਾ ਹੈ। 5 ਇਹ ਰਿਵਰ ਹੋ ਗਈਆਂ ਤੇ 6ਵੀਂ ਨਦੀ ਸਿੰਧੂ ਹੋ ਗਈ। ਇਨ ਪੁਰਾਣਸ ਪੰਜਾਬ ਕਾਲਡ ਪੰਚਨੰਦਾ। ਇਹ ਵੀ ਐਗਜ਼ਾਮ ਦੇ ਵਿੱਚ ਬਹੁਤ ਵਾਰ ਪੁੱਛਿਆ ਜਾਂਦਾ ਹੈ ਕਿ ਪੁਰਾਣਸ ਦੇ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ, ਤਾਂ ਆਨਸਰ ਹੋਏਗਾ ਪੰਚਨੰਦਾ। ਦੈਟ ਮੀਨਸ 5 ਰਿਵਰਸ ਵਾਲਾ ਪੰਜਾਬ। ਨੈਕਸਟ ਹੈ ਜੀ ਕਹਿੰਦੇ ਮੀਨਸ ਲੈਂਡ ਆਫ 5 ਰਿਵਰਸ। ਪੰਚਨੰਦਾ ਦਾ ਮਤਲਬ ਕੀ ਹੈ ਕਿ ਉਹ ਧਰਤੀ ਜਿੱਥੇ 5 ਨਦੀਆਂ ਵਹਿੰਦੀਆਂ ਨੇ। ਗ੍ਰੀਕਸ ਨੇ ਪੰਜਾਬ ਨੂੰ ਕਿਸ ਨਾਮ ਨਾਲ ਰਿਪਰੈਜ਼ੈਂਟ ਕੀਤਾ ਸੀ? ਪੈਂਟੋਪੋਨੋਮੀਆ। ਬਹੁਤ ਵਾਰ ਐਗਜ਼ਾਮੀਨਰ ਇੱਥੋਂ ਕੁਐਸਚਨ ਰਿਪੀਟਡਲੀ ਕੁਐਸਚਨ ਪੁੱਛਿਆ ਜਾਂਦਾ ਹੈ
कि ग्रीक्स वालों पंजाब ਨੂੰ किस नाम ਨਾਲ रिप्रजेंट किया गया सी, ਤਾਂ आंसर ਤੁਹਾਡਾ ਹੋਏਗਾ ਪੈਂਟਾਪਨੋਮੀਆ। सो एक बेसिक जी गल है कि पंजाब का जो ड्रेनेज सिस्टम है वो किस तरीके का। सो आप एक बार इन्हां रिवर्स ਨੂੰ देख ਲੈਂਦੇ ਆ। ਇਹ ਹੈ ਜੀ ਸਾਡੀ इंडस रिवर। इंडस ਦੀਆਂ 5 ट्रिब्यूटरीज ने। ट्रिब्यूटरीज मतलब सहायक नदियां। जो इंडस है कोई बहुत वड्डी नदी है तो ਉਹਦੀ ਅੱਗੇ सहायक नदियां ने, ट्रिब्यूटरीज ने। ਕਿਹੜੀਆਂ ਨੇ ਜੀ? ਜਿਹਲਮ है, सब तो पहले ਇਹਨੂੰ सीक्वेंस वाइज ਤੁਸੀਂ याद रखना है। फर्स्टली ਜਿਹਲਮ है, दैन चनाब है, दैन साडी रावी, ब्यास, सतलुज, ठीक है जी। सो ये नैक्सट जो इंडस ਦੀਆਂ ट्रिब्यूटरीज निकलदियां ने, ठीक है, इंडस ਦੀਆਂ सहायक नदियां निकलदियां ने, वो ਕਿਹੜੀਆਂ ने? ਜਿਹਲਮ, ਚਨਾਬ, ਰਾवी, ब्यास ਤੇ सतलुज रिवर। सो सानू इन्हां नदियां नाल ही अलग-अलग नावां नाल रिप्रजेंट किया गया है पंजाब नूं। नैक्सट आपां गल करांगे, कहंदे जो पंजाब है, पंजाब दा नाम पंजाब किवें पिया, ठीक है जी। पंजाब दा जो नामकरण है वो पंजाब किवें पिया? पंजाब दा नाम, ये भी एग्जामिनर इत्थों क्वेश्चन चुकदा है। पंजाब दा नाम दो वर्ड्स नूं जोड़ के बनिया है, किहड़े-किहड़े? पंज ते आब। पंज दा मतलब 5 एंड आब दा मतलब पानी और वाटर, ठीक है जी। ਇਹਦਾ मीनिंग और ਤੁਹਾਨੂੰ दो वर्ड्स पूछे जा सकते हैं कि ਕਿਹੜੇ-ਕਿਹੜੇ दो शब्दां ਨੂੰ जोड़ के पंजाब नाम बनया है, तो आंसर होएगा 5 प्लस आब। 5 ਦਾ मतलब 5 ਤੇ ਆਬ ਦਾ मतलब वाटर। ਤਾਂ ਸਾਡੇ ਪੰਜਾਬ ਦੇ ਵਿੱਚ ਦੋ ਤਰੀਕੇ ਦੀਆਂ ਰਿਵਰਸ ਪਾਈਆਂ ਜਾਂਦੀਆਂ। ਦੋ ਤਰੀਕੇ ਦੀਆਂ ਰਿਵਰਸ ਪਾਈਆਂ ਜਾਂਦੀਆਂ। ਪੈਰੀਨੇਨੀਅਲ ਰਿਵਰਸ ਜਿੱਥੇ ਹਰ ਸਮੇਂ ਪਾਣੀ ਵਗਦਾ ਰਹੇ ਤੇ ਸੀਜ਼ਨਲ ਰਿਵਰ ਜਿੱਥੇ ਕਦੇ-ਕਦੇ ਪਾਣੀ ਆਵੇ, ਠੀਕ ਹੈ ਜੀ। ਪੈਰੀਨੇਨੀਅਲ ਰਿਵਰਸ ਕਿਹੜੀਆਂ ਹੋ ਗਈਆਂ? ਜੋ ਕਿ ਹਰ ਸਮੇਂ ਪਾਣੀ ਦੇ ਨਾਲ ਭਰੀਆਂ ਰਹਿਣ ਤੇ ਸੀਜ਼ਨਲ जो सीजनल रिवर्स ਹੁੰਦੀਆਂ ਨੇ ਉੱਥੇ ਕਦੇ-ਕਦੇ ਪਾਣੀ ਆਉਂਦਾ, ਜਿਹਦੀ ਸਭ ਤੋਂ ਵੱਡੀ ਤੇ ਸਭ ਤੋਂ ਈਜ਼ੀ ਐਗਜ਼ਾਮਪਲ ਹੈ ਘੱਗਰ। ਇਹੀ ਸੀਜ਼ਨਲ ਰਿਵਰ ਹੈ ਸਾਡੇ ਪੰਜਾਬ ਦੇ ਵਿੱਚ। ਸੋ ਆਪਾਂ ਨੈਕਸਟਲੀ ਗੱਲ ਕਰਾਂਗੇ, ਇਹਨਾਂ ਸਾਰੀ ਹੀ ਰਿਵਰਸ ਨੂੰ ਡਿਸਕਸ ਕਰਾਂਗੇ। ਫਸਟਲੀ ਆਪਾਂ ਪੈਰੀਨੇਨੀਅਲ ਰਿਵਰਸ ਦੀ ਗੱਲ ਕਰੀਏ ਤਾਂ ਪੈਰੀਨੇਨੀਅਲ ਰਿਵਰਸ ਦੇ ਵਿੱਚ ਕਿਹੜੀਆਂ-ਕਿਹੜੀਆਂ ਰਿਵਰਸ ਆਉਂਦੀਆਂ ਨੇ ਜੋ ਹਰ ਸਮੇਂ, ਭਾਵੇਂ ਉਹ ਮਾਨਸੂਨ ਹੋਵੇ, ਸਰਦੀ ਹੋਵੇ, ਗਰਮੀ ਹੋਵੇ, ਕੋਈ ਵੀ ਸੀਜ਼ਨ ਹੋਵੇ, ਸਾਲ ਦੇ 12 ਦੇ 12 ਮਹੀਨੇ जिन्हां रिवर्स दे विच पानी देखण नूं मिलदा है, वो किहड़ियां-किहड़ियां रिवर्स ने साडे पंजाब दे विच? पंजाब दीयां मोस्ट इंपॉर्टेंट फेवरेट रिवर्स ने रावी, सतलुज एंड ब्यास। कल भी मैं तुहानूं मैप करवाया सी पंजाब दा, जिथे मैं तुहानूं रिपीटेडली दस्सिया सी कि अगर तुसी पंजाब दे मैप नूं पंजाब दीयां रिवर्स नाल याद करोगे तो बहुत ईजीली, बहुत सिंपली तुहानूं पंजाब दे स्ट्रक्चर, फिजिकल फीचर्स नूं याद करन दे विच हैल्प होएगी। तो फर्स्टली तुसी देखोगे कि पंजाब दे इस रीजन तो फ्लो करदी है साडी सतलुज रिवर। ये है जी साडी सतलुज रिवर। सेंटर तो फ्लो करदी है साडी ब्यास रिवर एंड साइड तो फ्लो करदी है, इस रीजन तो फ्लो करदी है जी साडी रावी रिवर। जो सतलुज रिवर दे नीचला पार्ट है उसनूं मालवा पार्ट कहा जाता है। जो ब्यास एंड सतलुज दे विचकार है इसनूं दोआबा कहा जाता है, ते जो ब्यास एंड रावी दे विचकार है उसनूं माझा रीजन कहा जाता है। बहुत ईजी टर्म्स ने बट एक बार जस्ट अंडरस्टैंड करन दी लोड़ है तुहानूं। सो अपन नैक्सट मूव करते हैं जी। नैक्सट है जी साडे कल्ली रिवर नूं डिस्कस करांगे कि जिथों एग्जामिनर क्वेश्चन चकदा है कि रिवर्स के रिगार्डिंग अगर गल करिए तो रिवर्स के रिगार्डिंग कित्थों क्वेश्चन पूछे जा सकते हैं। पढ़न तो पहला सानूं पता होना चाहिए कि एग्जामिनर क्वेश्चन कित्थों पिक करेगा। फर्स्टली कोई भी रिवर है उहदा तुहानूं एंशिएंट नेम पता होना चाहिए है, उहदा ग्रीक नेम पता होना चाहिए है, उस रिवर के बारे कि वो रिवर ओरिजिनेट कित्थों हो रही है, उस रिवर दे वो रिवर दूसरी रिवर नूं कित्थे जाके मिल रही है, या फिर वो किस वैटलैंड नूं पानी दे रही है, या फिर वो रिवर है जो उसके उत्ते किहड़े-किहड़े डैम बने हुए हैं। सो एग्जामिनर यही कोर पॉइंट्स दे विचों एग्जाम दे विच क्वेश्चन रखेगा। सो वही कोर पॉइंट्स नूं असीं डेडिकेटली समझने की कोशिश करनी है। फर्स्टली गल करिए तो ये जो तुहानूं दिखेगी सतलुज रिवर दी, सॉरी जो सतलुज रिवर दी तुहानूं प्लेस दिख जाएगी कि किहड़ी जगह दे उत्ते तुहानूं सतलुज रिवर देखण नूं मिलदी है। सतलुज रिवर का सब तो पहला एंशिएंट नेम सतुदरी है जी, तुसीं याद रखना है सतुदरी इज द एंशिएंट नेम ऑफ सतलुज। नैक्सटली इंपॉर्टेंट क्वेश्चन की हुंदा है कि सतलुज रिवर ओरिजिनेट कित्थों हो रही है। तो रकास लेक तिब्बत नियर मानसरोवर जिथों ओरिजिनेट होएगी साडी इंडस रिवर, उथों ही जिथों इहदी महानदी
ओरिजिनेट हो रही है उसी जगह तो इसकी सहायक नदी है जो सतलुज, वो भी ओरिजिनेट हो रही है रक्स लेक तिब्बत नियर मानसरोवर। सो याद रखना है। नेक्स्ट इज द एग्जामिनर सेकंड नेम बहुत बार हाईलाइट पूछा जाता है एग्जाम दे विच कि दूसरा नेम सतलुज का की है, जो तुहानू दे दिता जाएगा कि लंगचन कंबाब किस रिवर का दूसरा नेम है। सो याद रखना है कि लंगचन कंबाब है जो सेकंड नेम ऑफ अ सतलुज रिवर। नैक्सटली कहते जो सतलुज रिवर है वो ब्यास नू जाके मिलती है किस जगह के उत्ते, हरीके वैटलैंड के उत्ते। ठीक है जी, जो साडी रामसर साइट है हरीके वैटलैंड, इत्थे जाके जो साडी सतलुज रिवर है वो ब्यास नू जाके मिलती है। हरीके वैटलैंड कित्थे है जी, साडा तरन तारण दे विच है। इस तो इलावा भाखड़ा डैम ये ओरिजिनेट कित्थों दी है, कहते वर्ल्ड सेकंड लार्जेस्ट डैम भाखड़ा डैम कंस्ट्रक्टेड ऑन इट। जदों यह पंजाब दे विच एंटर करती है सतलुज रिवर, रोपड़ जगह तो एंटर करती है, तो उत्थे इस रिवर के उत्ते एक डैम बनाया रखा है नंगल दे विच, इस रिवर के उत्ते डैम बनाया जो वर्ल्ड का लार्जेस्ट डैम है जिसका नेम है भाखड़ा डैम, जिसकी कंस्ट्रक्शन वर्क अगर गल की जाए तो यदि कंस्ट्रक्शन वर्क 1963 दे विच कंप्लीट की गई सी। तो नैक्सट है कहते इट इज एंड मार्क्स द इंटरनेशनल बाउंड्री। ओके, पूछा गया है कि जो हरीके वैटलैंड बारे गल की गई है कि जो हरीके वैटलैंड है वो अपना बाउंड्री कित्थे है। देखो बहुत सारे बच्चों को कन्फ्यूजन होंदी है हरीके वैटलैंड बारे, जिवें मैं तुहानूं दस्सिया कि इत्थे भी दिता होया कि हरीके वैटलैंड किहड़ी डिस्ट्रिक्ट दे विच पाया जाता है, तरन तारण डिस्ट्रिक्ट दे विच पाया जाता है, समटाइम फिरोजपुर भी आ जाता है। ठीक है, सो जो हरीके वैटलैंड है वो फिरोजपुर ते तरन तारण दे बॉर्डर दे उत्ते बनिया होया है। इसे तरीके दे नाल जो साडी रिवर सतलुज है ये भी अपना बॉर्डर शेयर करती है पाकिस्तान दे नाल, केड़ी रिवर्स केड़ी डिस्ट्रिक्ट तो, फिरोजपुर एंड फाजिलका डिस्ट्रिक्ट तो। ठीक है जी, नैक्सट है ये उत्ते केड़े इंपॉर्टेंट प्रोजैक्ट या केड़े इंपॉर्टेंट डैम्स बने हुए ने जो एग्जाम पॉइंट ऑफ व्यू नाल बहुत ज़्यादा इंपॉर्टेंट ने। नथपा जाखरी प्रोजैक्ट ते भाखड़ा नंगल डैम ते गोविंद सागर रिजर्वियर, बहुत बार एग्जाम दे क्वेश्चन पूछा जाता है भाखड़ा डैम ते नथपा जाखरी डैम दे विचों। क्लीयर है जी, ये है जो इंपॉर्टेंट क्वेश्चन बन सकते हैं साडे सतलुज रिवर दे विचों। नैक्सट गल करिए आपां ब्यास रिवर की। अगर ब्यास रिवर बारे गल करते हैं तो ब्यास रिवर ये उही रिवर है जो सतलुज नूं हरीके वैटलैंड दे विच जाके मिलती है। ये दोनों जाने मिलके हरीके वैटलैंड बनाउंदियां ने, ब्यास एंड सतलुज रिवर। सो ब्यास रिवर का अगर एंशियंट नेम पूछा जाए तो ब्यास रिवर का एंशियंट नेम है जी साडा विपाशा, एंड ये हिमाचल प्रदेश के विच ओरिजिनेट हुंदी है। विपाशा इहदा एंशियंट नेम है। ब्यास कुंड नियर रोहतांग पास हिमाचल दे विच, रोहतांग पास हिमाचल दे विचों यह ओरिजिनेट हुंदी है, एंड इट एंटर्स पंजाब, पंजाब दे विच यह एंटर करती है हुशियारपुर डिस्ट्रिक्ट दे विचों। सतलुज रिवर पंजाब दे विच एंटर करती है रोपड़ डिस्ट्रिक्ट दे विचों, एंड जो साडी ब्यास रिवर है हुशियारपुर डिस्ट्रिक्ट दे विच जिथे सब तो ज़्यादा जंगल पाए जाते हैं उस डिस्ट्रिक्ट दे विचों एंटर करती है। कहते इट इज़ द ओनली रिवर ऑफ इंडस सिस्टम विच लाइज एंटायरली इन द इंडियन टेरिटरी। नैक्सट है कहते इट फाइनली मर्ज विद सतलुज, ये सतलुज के नाल मर्ज हुंदी है, एट द एंड जाके सतलुज के नाल मर्ज हुंदी है ते मिलदी सतलुज नूं जाके कित्थे है, ये हरीके वैटलैंड तरन तारण फिरोजपुर के बॉर्डर के उत्ते जाके मिलती है। ये उत्ते फेमस जो डैम ने रिपीटडली एग्जाम के पूछे जाते हैं किहड़े किहड़े ने, पौंग डैम एंड पंदौर डैम। ठीक है जी, पौंग डैम ते पंदौर डैम दोनों दे दोनों कित्थे जाके तुहानूं किस रिवर के उत्ते देखण नूं मिलदे ने, ब्यास रिवर के उत्ते देखण नूं मिलदे ने। इन्हां रिवर्स दे जो डैम ने जिवें पौंग डैम हो गया, पौंग डैम का दूसरा नेम की है, बहुत बार एग्जाम दे विच पूछा जाता है। जो पौंग डैम है बी ते पी, इनू याद रखना है महाराणा प्रताप डैम, महाराणा प्रताप के नाम नाल जानिया जाता है पौंग डैम। ठीक है जी, पौंग डैम नूं तुसीं याद रखना है, सैकेंड नेम है महाराणा प्रताप जो कि सिचुएटेड है, ब्यास रिवर के उत्ते सिचुएटेड है। सो अपन नैक्सट रिवर के उत्ते मूव करते हैं जी। नैक्सट साडी इंपॉर्टेंट रिवर है रावी रिवर। रावी रिवर की अगर गल की जाए परुशनी इहदा एंशियंट नेम है, ये भी हिमाचल दे विचों ही ओरिजिनेट हुंदी है, इहदा नेम ईरावती भी है। जो एग्जामिनर है ये क्वेश्चन
ਇੱਥੋਂ ਹੀ ਚੱਕੇਗਾ। ਇਹਦੇ ਸੈਕਿੰਡ ਨੇਮ ਜਿਵੇਂ ਆਪਾਂ ਸਤਲੁਜ ਦਾ ਲੰਗਚਾਮਾ ਕਰ ਲਿਆ, ਠੀਕ ਹੈ, ਆਪਣਾ ਵਿਪਾਸ਼ਾ ਕੀਤਾ, ਆਪਣਾ ਬਿਆਸ ਦਾ ਕੀਤਾ, ਸਤਲੁਜ ਦਾ ਸੁਦਰੀ ਕੀਤਾ। ਉਸੇ ਤਰੀਕੇ ਦੇ ਨਾਲ ਰਾਵੀ ਦਾ ਤੁਸੀਂ ਦੋ ਨੇਮ ਯਾਦ ਰੱਖਣੇ ਨੇ। ਐਂਸ਼ੀਅੰਟ ਨੇਮ ਇਹਦਾ ਪ੍ਰੁਸ਼ਨੀ ਹੈ ਤੇ ਇਹਦਾ ਸੰਸਕ੍ਰਿਤ ਦੇ ਵਿੱਚ ਰਾਵੀ ਨੂੰ ਕੀ ਕਿਹਾ ਜਾਂਦਾ ਹੈ? ਈਰਾਵਤੀ ਕਿਹਾ ਜਾਂਦਾ ਹੈ। ਸੰਸਕ੍ਰਿਤ ਦੇ ਵਿੱਚ ਈਰਾਵਤੀ ਕਿਹਾ ਜਾਂਦਾ ਹੈ। ਨੈਕਸਟ ਹੈ ਕਹਿੰਦੇ ਦ ਰਿਵਰ ਫਲੋਜ਼ ਅਲੋਂਗ ਦ ਇੰਟਰਨੈਸ਼ਨਲ ਬਾਰਡਰ ਆਫ ਇੰਡੀਆ ਐਂਡ ਪਾਕਿਸਤਾਨ ਸੈਪਰੇਟਿੰਗ ਦ ਗੁਰਦਾਸਪੁਰ ਐਂਡ ਅੰਮ੍ਰਿਤਸਰ। ਤੁਹਾਨੂੰ ਇਹ ਚੀਜ਼ ਯਾਦ ਰੱਖਣੀ ਪੈਣੀ ਹੈ ਕਿ ਰਾਵੀ ਰਿਵਰ ਹੈ, ਹਾਫ ਰਾਵੀ ਰਿਵਰ ਸਾਡੀ ਪੰਜਾਬ ਦੇ ਵਿੱਚ ਫਲੋ ਹੁੰਦੀ ਹੈ ਤੇ ਹਾਫ ਉਹ ਕਿੱਥੇ ਚਲੇ ਜਾਂਦੀ ਹੈ? ਪਾਕਿਸਤਾਨ ਦੇ ਵਿੱਚ ਚਲੇ ਜਾਂਦੀ ਹੈ, ਅੰਮ੍ਰਿਤਸਰ ਤੋਂ ਹੁੰਦੀ ਹੋਈ। ਇਹਦੀ ਲੈਂਥ ਦਿੱਤੀ ਹੋਈ ਹੈ ਜੀ 720 ਕਿਲੋਮੀਟਰ ਦਿੱਤੀ ਹੋਈ ਹੈ। ਐਂਡ ਕਹਿੰਦੇ ਇਹ ਚਨਾਬ ਤੇ ਚਨਾਬ ਰਿਵਰ ਐਂਡ ਸਤਲੁਜ ਰਿਵਰ ਨੂੰ ਜਾ ਕੇ ਮਿਲਦੀ ਹੈ। ਰਾਵੀ ਰਿਵਰ ਪੰਜਾਬ ਦੇ ਅੰਮ੍ਰਿਤਸਰ ਤੋਂ ਹੁੰਦੇ ਹੋਏ ਕਿੱਥੇ ਜਾਂਦੀ ਹੈ? ਸਾਡੇ ਪਾਕਿਸਤਾਨ ਦੇ ਵਿੱਚ ਜਾਂਦੀ ਹੈ, ਜਿੱਥੇ ਇੱਕ ਪੁਆਇੰਟ ਤੇ ਜਾ ਕੇ ਇਹ ਚਨਾਬ ਤੇ ਜਿਹਲਮ ਨੂੰ ਜਾ ਕੇ ਮਿਲਦੀ ਹੈ ਤੇ ਉਹ ਰੀਜਨ ਨੂੰ ਕੀ ਕਿਹਾ ਜਾਂਦਾ ਹੈ? ਟ੍ਰਾਈ ਮੈਪ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਕਹਿੰਦੇ ਫਾਈਨਲੀ ਟਰਮੀਨੇਟਸ ਬਾਈ ਮਰਚਿੰਗ ਵਿਦ ਚਨਾਬ ਰਿਵਰ ਨੀਅਰ ਅਹਿਮਦਪੁਰ ਸਾਇਲ ਟਾਊਨ ਇਨ ਪਾਕਿਸਤਾਨ। ਇਹ ਪਹਿਲਾਂ ਪੰਜਾਬ ਚਨਾਬ ਰਿਵਰ ਨੂੰ ਮਿਲਦੀ ਹੈ ਕਿਹੜੇ ਟਾਊਨ ਦੇ ਵਿੱਚ? ਅਹਿਮਦਪੁਰ ਸਾਇਲ ਟਾਊਨ ਦੇ ਵਿੱਚ। ਆਫਟਰ ਦੈਟ ਇਹ ਜਿਹਲਮ ਨੂੰ ਵੀ ਜਾ ਕੇ ਮਿਲਦੀ ਹੈ ਤੇ ਉੱਥੇ ਕੀ ਹੈ? ਉੱਥੇ ਇੱਕ ਰੀਜਨ ਬਣਦਾ ਹੈ ਟ੍ਰਾਈ ਮੈਪ ਜਿਸ ਨੂੰ ਕਿਹਾ ਜਾਂਦਾ ਹੈ। ਇਸ ਦੇ ਉੱਤੇ ਮੇਜਰ ਕਿਹੜੇ-ਕਿਹੜੇ? ਮਿਠਾਨਕੋਟ ਉਹ ਰੀਜਨ ਹੈ, ਮਿਠਾਨਕੋਟ ਉਹ ਰੀਜਨ ਹੈ ਜਿੱਥੇ ਰਾਵੀ ਰਿਵਰ, ਜਿਹਲਮ ਐਂਡ ਚਨਾਬ ਤਿੰਨੋਂ ਜਾ ਕੇ ਇਕੱਠੀਆਂ ਹੁੰਦੀਆਂ, ਮਰਜ ਹੁੰਦੀਆਂ, ਠੀਕ ਹੈ ਜੀ। ਸੋ ਉਸ ਰੀਜਨ ਨੂੰ ਟ੍ਰਾਈ ਮੈਪ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦੇ ਮੇਜਰ ਕਿਹੜੇ-ਕਿਹੜੇ ਡੈਮ ਬਣੇ ਹੋਏ ਨੇ? ਰਣਜੀਤ ਸਾਗਰ ਡੈਮ ਬਣਿਆ ਹੋਇਆ ਜਿਸ ਨੂੰ ਥੀਨ ਡੈਮ ਕਹਿੰਦੇ ਨੇ। ਦੇਖੋ ਤੁਸੀਂ ਯਾਦ ਰੱਖਣਾ ਹੈ ਕਿ ਪੌਂਗ ਡੈਮ ਹੈ, ਬੀਪੀ ਕਹਿੰਦੇ ਹੁੰਦੇ ਨੇ ਸਾਡਾ ਬਲੱਡ ਪ੍ਰੈਸ਼ਰ ਵੱਧ ਗਿਆ, ਬੀਪੀ ਤੋਂ ਯਾਦ ਰੱਖਣਾ ਹੈ ਕਿ ਬਿਆਸ, ਬੀ ਫॉर ਬਿਆਸ ਐਂਡ ਪੀ ਫॉर ਪੌਂਗ ਐਂਡ ਪੀ ਫॉर ਮਹਾਰਾਣਾ ਪ੍ਰਤਾਪ। ਪ੍ਰਤਾਪ ਤੋਂ ਯਾਦ ਰੱਖਣਾ ਹੈ ਕਿ ਪੌਂਗ ਡੈਮ ਦਾ ਦੂਸਰਾ ਨੇਮ ਕੀ ਹੈ? ਪ੍ਰਤਾਪ, ਮਹਾਰਾਣਾ ਪ੍ਰਤਾਪ। ਉਸੇ ਤਰੀਕੇ ਦੇ ਨਾਲ ਤੁਸੀਂ ਯਾਦ ਰੱਖ ਸਕਦੇ ਹੋ ਕਿ ਰਣਜੀਤ ਸਾਗਰ, ਆਰ ਫॉर ਰਾਵੀ ਐਂਡ ਆਰ ਫॉर ਰਣਜੀਤ ਸਾਗਰ ਡੈਮ ਰਾਵੀ ਰਿਵਰ ਦੇ ਉੱਤੇ ਬਣਿਆ ਹੋਇਆ ਹੈ ਤੇ ਇਸ ਡੈਮ ਦਾ ਦੂਸਰਾ ਨਾਮ ਕੀ ਹੈ? ਥੀਨ ਡੈਮ। ਦੇਖੋ ਮਹਾਰਾਜਾ ਰਣਜੀਤ ਸਿੰਘ ਜੀ ਬਹੁਤ ਥਿਨ ਜਿਹੇ ਹੁੰਦੇ ਸੀ, ਸੋ ਉਸ ਤੋਂ ਤੁਸੀਂ ਯਾਦ ਰੱਖ ਸਕਦੇ ਹੋ। ਇਸ ਤੋਂ ਇਲਾਵਾ ਸ਼ਾਹਪੁਰ ਕੰਡੀ ਡੈਮ, ਇਹ ਵੀ ਐਗਜ਼ਾਮੀਨਰ ਚੁੱਕ ਲੈਂਦਾ ਹੈ। ਚਮੇਰਾ ਡੈਮ, ਖਚਮ ਡੈਮ ਐਂਡ ਕੁਸ਼ਾਲਿਆ ਡੈਮ। ਸੋ ਇਹ ਸਾਰੇ ਦੇ ਸਾਰੇ ਡੈਮ ਕਿੱਥੇ ਬਣੇ ਹੋਏ ਨੇ? ਸਾਡੇ ਰਾਵੀ ਰਿਵਰ ਦੇ ਉੱਤੇ ਬਣੇ ਹੋਏ ਨੇ। एग्जाम पॉइंट ऑफ व्यू ना रंजीत सागर डैम एंड शाहपुर कंडी डैम बहुत ज़्यादा इंपॉर्टेंट ने। तो नैक्सटली आप मूव करांगे। नैक्सट है जी तुहानू डायरैक्शन दी हुई है, ये रावी रिवर है जो पंजाब दे विच फ्लो कर रही है। नैक्सटली ब्यास रिवर है जो सैपरेट कर रही है। नीचे वाली सब तो लॉन्ग, ये भी पूछा जाता है सब तो लंबी रिवर पंजाब दे विच किहड़ी है, तो आंसर होएगा तुहाडा सतलुज रिवर। सो ये साडा मैप है ट्रायंगुलर, इत्थों साडी रावी जा रही है, सेंटर दे विचों साडी किहड़ी सतलुज रिवर ते ये हाफ डिवाइड कर रही है माझा ते दुआबा रीजन नूं। किहड़ी रिवर है वो? ब्यास रिवर है। सो बहुत ईजी जिहियां टर्म्स ने। नैक्सट है कहंदे वो सीजनल टर्म, सीजनल रिवर्स जिहदे विच पंजाब दे विच कदे कदे पानी आउंदा है। जिस तुसीं ओहदा नेम याद रखना है, ओहदा नेम है जी घग्गर रिवर, ठीक है जी। घग्गर हकारा रिवर है, ठीक है, जो कि है कि इस इंटरमीडिएट रिवर इन इंडिया एंड पाकिस्तान दैट फ्लोज ओनली ड्यूरिंग द मॉनसून सीजन। जस्ट तुसीं यही गल याद रखनी है कि ये रिवर जस्ट जदों मॉनसून का मौसम हुंदा है, जदों इंडिया दे विच मॉनसून हुंदा है, उसे टाइम इस रिवर दे विच तुहानूं पानी देखण नूं मिलेगा। सो इस तो इलावा इस दे रिगार्डिंग कुछ इंपॉर्टेंट टर्म्स नहीं है। नैक्सटली आपां मूव करदे अपनी जेहलम रिवर दे उत्ते, जो अजकल तुहानूं कित्थे देखण नूं मिलदी है? पाकिस्तान दे विच मिलदी है। ਤੇ ਪਹਿਲਾਂ ਇਹ ਪੰਜਾਬ ਦੇ ਵਿੱਚ ਮਿਲਦੀ ਸੀ ਜਦੋਂ ਵੰਡ ਨਹੀਂ ਸੀ ਹੋਈ ਪੰਜਾਬ ਦੀ, ਜਦੋਂ ਵੰਡ ਕਰਕੇ ਪਾਕਿਸਤਾਨ ਬਣਾ ਦਿੱਤਾ ਗਿਆ। ਤਾਂ ਅੱਜ ਕੱਲ ਤੁਹਾਨੂੰ ਇਹ ਰਿਵਰ ਕਿੱਥੇ ਦੇਖਣ ਨੂੰ ਮਿਲੇਗੀ? ਪਾਕਿਸਤਾਨ ਦੇ ਵਿੱਚ ਦੇਖਣ ਨੂੰ ਮਿਲੇਗੀ। ਸੋ ਫਸਟਲੀ ਇਹਦਾ ਐਂਸ਼ੀਅੰਟ ਨੇਮ ਤੁਸੀਂ ਯਾਦ ਰੱਖਣਾ, ਵਿਤਾਸਤਾ ਹੈ। ਜਿਵੇਂ ਆਪਾਂ ਪਿੱਛੇ ਪੜ੍ਹ ਕੇ ਆ ਚੁੱਕੇ ਹਾਂ ਕਿ ਸਤਲੁਜ ਦਾ ਸਤੁਦਰੀ ਹੈ, ਬਿਆਸ ਦਾ ਵਿਪਾਸ਼ਾ ਹੈ, ਰਾਵੀ ਦਾ ਪ੍ਰੁਸ਼ਨੀ ਹੈ। ਉਸੇ ਤਰੀਕੇ ਦੇ ਨਾਲ ਜੋ ਜਿਹਲਮ ਹੈ ਉਸ ਦਾ ਐਂਸ਼ੀਅੰਟ ਨੇਮ ਹੈ ਜੀ ਸਾਡਾ ਵਿਤਾਸਤਾ। ਇਹਦਾ ओरिजिन ਹੁੰਦਾ ਵੈਰੀਨਾਗ ਸਪਰਿੰਗ, ਕਸ਼ਮੀਰ ਦੇ ਵਿੱਚੋਂ ਇਸ ਦਾ ओरिजिनेट ਹੁੰਦਾ ਹੈ। ਇਹ ਵੀ ਇੰਡਸ ਰਿਵਰ ਦੀ ਫਸਟ ਟ੍ਰਿਬਿਊਟਰੀ ਹੀ ਹੈ, ਉਹਦੀ ਹੀ ਸਹਾਇਕ ਨਦੀ ਹੈ। ਇਹਦੀਆਂ ਟ੍ਰਿਬਿਊਟਰੀਜ਼ ਨੇ ਜੀ ਚਨਾਬ ਫਲੋਸ ਓਨਲੀ ਇਨ ਜੰਮੂ ਐਂਡ ਕਸ਼ਮੀਰ, ਫਲੋਸ ਨਾਰਥਵਾਰਡ ਆਫ ਵੁਲਰ ਲੇਕ। ਵੁਲਰ ਲੇਕ ਪਤਾ ਹੈ ਜੀ
ਸਾਡੀ ਇੰਡੀਆ ਦੀ ਫਰੈਸ਼ ਵਾਟਰ ਲੇਕ ਹੈ ਜਿਸ ਨੂੰ ਕਹਿੰਦੇ ਨੇ ਵੁਲਰ ਲੇਕ। ਠੀਕ ਹੈ ਜੀ, ਇਹ ਕੀ ਹੈ, ਫਲੋਸ ਨਾਰਥ ਟੂਵਰਡ ਟੂ ਦਾ ਵੁਲਰ ਲੇਕ। ਵੁਲਰ ਲੇਕ ਦੇ ਨਾਰਥ ਟੂਵਰਡ ਨੂੰ ਇਹ ਕੀ ਕਰਦੀ ਹੈ, ਫਲੋ ਕਰਦੀ ਹੈ। ਸੋ ਵੁਲਰ ਲੇਕ ਸਾਡੀ ਇੰਡੀਆ ਦੀ ਫਰੈਸ਼ ਵਾਟਰ ਲੇਕ ਹੈ। ਨੈਕਸਟ ਆਪਾਂ ਮੂਵ ਕੀਤਾ ਜੀ ਸਾਡੇ ਚਨਾਬ ਰਿਵਰ। ਚਨਾਬ ਰਿਵਰ ਦੇ ਉੱਤੇ ਇੱਕ ਲੌਂਗੈਸਟ ਜੋ ਸਾਡਾ ਬ੍ਰਿਜ ਬਣ ਰਿਹਾ, ਜੋ ਐਗਜ਼ਾਮੀਨਰ ਨੇ ਸਬ ਇੰਸਪੈਕਟਰ ਵਗੈਰਾ ਐਗਜ਼ਾਮ ਦੇ ਵਿੱਚ ਪੁੱਛਿਆ ਹੋਇਆ ਸੀ ਕਿ ਉਸਦੀ ਹਾਈਟ ਕਿੰਨੀ ਹੈ। ਠੀਕ ਹੈ, ਸੋ 390 ਸਮਥਿੰਗ ਉਸਦੀ ਹਾਈਟ ਹੈ। ਚਨਾਬ ਰਿਵਰ ਦੀ ਗੱਲ ਕਰੀਏ ਤਾਂ ਚਨਾਬ ਰਿਵਰ ਦਾ ਐਂਸ਼ੀਅੰਟ ਨੇਮ ਹੈ ਜੀ ਅਸਕਨੀ। ਯਾਦ ਰੱਖਣਾ ਹੈ, ਅਸਕਨੀ ਇਸ ਦਾ ਐਂਸ਼ੀਅੰਟ ਨੇਮ ਹੈ। ਇਸ ਦਾ ਜੋ ਓਰੀਜਨ ਹੁੰਦਾ ਹੈ ਉਹ ਬਾਰਾਲਾਂਚਾ ਪਾਸ ਤੋਂ ਹੁੰਦਾ ਹੈ, ਜੋ ਕਿੱਥੇ ਹੈ, ਹਿਮਾਚਲ ਪ੍ਰਦੇਸ਼ ਦੇ ਵਿੱਚ ਹੈ। ਇਸ ਨੂੰ ਨੋਨ ਐਸ ਚੰਦਰਾ ਭਾਗਾ ਇਨ ਹਿਮਾਚਲ ਬਿਕਾਸ ਆਫ ਟੂ ਸਮਾਲ ਸਟਰੀਮਸ। ਕਹਿੰਦੇ ਇਸ ਦੇ ਵਿੱਚੋਂ ਦੋ ਸਟਰੀਮਸ ਨਿਕਲਦੀਆਂ ਨੇ, ਜਿਵੇਂ ਚਨਾਬ ਰਿਵਰ ਹੈ ਇਹਦੇ ਵਿੱਚੋਂ ਦੋ ਸਟਰੀਮਸ ਨਿਕਲੀਆਂ ਜਿਹਦਾ ਨੇਮ ਕੀ ਹੈ, ਚੰਦਰਾ ਐਂਡ ਭਾਗਾ। ਸੋ ਇਸ ਨੂੰ ਚੰਦਰਾ ਭਾਗਾ ਰਿਵਰ ਵੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਬਿਕਾਸ ਇਹਦੇ ਵਿੱਚੋਂ ਦੋ ਸਟਰੀਮਸ ਨਿਕਲਦੀਆਂ ਨੇ, ਜਿਹਦਾ ਇੱਕ ਦਾ ਨਾਮ ਚੰਦਰਾ ਹੈ ਤੇ ਦੂਸਰੀ ਦਾ ਨਾਮ ਭਾਗਾ ਹੈ। ਨੈਕਸਟ ਹੈ ਕਹਿੰਦੇ ਚਨਾਬ ਬ੍ਰਿਜ ਵਿਚ ਇਜ਼ ਵਰਲਡਸ ਹਾਈਐਸਟ ਰੇਲਵੇ ਬ੍ਰਿਜ ਇਨ ਜੰਮੂ ਐਂਡ ਕਸ਼ਮੀਰ। ਇਹ ਆਪਣਾ ਕਰੰਟ ਅਫੇਅਰ ਦਾ ਕੁਐਸਚਨ ਹੈ ਕਿ ਹਾਈਐਸਟ ਜੋ ਬ੍ਰਿਜ ਹੈ ਵਰਲਡ ਦਾ ਉਹ ਕਿੱਥੇ ਬਣ ਰਿਹਾ, ਉਹ ਜੰਮੂ ਐਂਡ ਕਸ਼ਮੀਰ ਦੇ ਵਿੱਚ ਚਨਾਬ ਰਿਵਰ ਦੇ ਉੱਤੇ ਬਣ ਰਿਹਾ। ਸੋ ਨੈਕਸਟ ਹੈ ਕਹਿੰਦੇ ਫੇਮਸ ਪ੍ਰੋਜੈਕਟ ਕਿਹੜੇ ਨੇ, ਦੁਹਸਤੀ, ਬਗਲੀਹਾਰ, ਸਲਾਲ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ। ਵੈਰੀ ਵੈਰੀ ਇੰਪੋਰਟੈਂਟ ਪੁੱਛੇ ਜਾਂਦੇ ਨੇ ਕਿ ਚਨਾਬ ਰਿਵਰ ਦੇ ਉੱਤੇ, ਜੇਹਲਮ ਰਿਵਰ ਦੇ ਉੱਤੇ ਪ੍ਰੋਜੈਕਟ ਉਰੀ ਡੈਮ ਬਣਿਆ ਹੋਇਆ ਹੈ। ਇਸੇ ਤਰੀਕੇ ਦੇ ਨਾਲ ਅਗਰ ਪੁੱਛਿਆ ਜਾਵੇ ਕਿ ਚਨਾਬ ਦੇ ਉੱਤੇ ਕਿਹੜੇ ਕਿਹੜੇ ਆਪਣੇ ਹਾਈਡਰੋ ਪ੍ਰੋਜੈਕਟ ਨੇ, ਤਾਂ ਦੁਲਹਸਤੀ, ਬਗਲੀਹਾਰ ਐਂਡ ਸਲਾਲ ਹਾਈਡਰੋ ਪ੍ਰੋਜੈਕਟ ਬਣੇ ਹੋਏ ਨੇ ਸਾਡੇ ਚਨਾਬ ਰਿਵਰ ਦੇ ਉੱਤੇ। ਸੋ ਨੈਕਸਟਲੀ ਮੂਵ ਕਰਦੇ ਇੰਡਸ ਰਿਵਰ ਬਾਰੇ ਵੀ ਆਪਾਂ ਕੁਝ ਪੜ੍ਹ ਲੈਂਦੇ ਹਾਂ। ਇੰਡਸ ਰਿਵਰ ਦਾ ਐਂਸ਼ੀਅੰਟ ਨੇਮ ਹੈ ਜੀ ਸਿੰਧੂ। ਠੀਕ ਹੈ, ਜੋ ਇਹਦਾ ਓਰੀਜਨ ਹੁੰਦਾ ਹੈ ਉਹ ਨੀਅਰ ਮਾਨਸਰੋਵਰ ਹੁੰਦਾ ਹੈ। ਇਨ ਤਿੱਬਤ ਦੇ ਵਿੱਚ ਇੰਡਸ ਰਿਵਰ ਨੂੰ ਸਿੰਗਾਈ ਕੰਬਾਨ ਜਾਂ ਲਾਇਨਸ ਮਾਊਥ ਕੀ ਵੀ ਕਿਹਾ ਜਾਂਦਾ ਹੈ। ਐਂਟਰਸ ਇਨ ਦਾ ਇੰਡੀਆ ਥਰੂ ਆਊਟ ਲਦਾਖ, ਫਲੋਸ ਇਨ ਓਨਲੀ ਜੰਮੂ ਐਂਡ ਕਸ਼ਮੀਰ। ਕਹਿੰਦੇ ਇੰਡੀਆ ਦੇ ਵਿੱਚ ਜੋ ਇੰਡਸ ਰਿਵਰ ਹੈ ਇਹ ਤਿੱਬਤ ਤੋਂ ਹੁੰਦੀ ਹੋਈ ਆ ਰਹੀ ਹੈ, ਇੰਡੀਆ ਦੇ ਵਿੱਚ ਇਹ ਐਂਟਰ ਕਰਦੀ ਹੈ ਸਾਡੀ ਲਦਾਖ ਦੇ ਵਿੱਚੋਂ ਤੇ ਜਸਟ ਜੰਮੂ ਐਂਡ ਕਸ਼ਮੀਰ ਦੇ ਵਿੱਚ ਫਲੋ ਕਰਦੀ ਹੈ। ਅੱਗੇ ਦੀਆਂ ਜੋ ਟ੍ਰਿਬਿਊਟਰੀਜ਼ ਨੇ ਜਿਵੇਂ ਜੇਹਲਮ, ਬਿਆਸ, ਰਾਵੀ, ਚਨਾਬ, ਉਹ ਸਾਰੀਆਂ ਸਹਾਇਕ ਨਦੀਆਂ ਅੱਗੇ ਤੱਕ ਆਉਂਦੀਆਂ ਨੇ ਤੇ ਇਸ ਨੂੰ ਐਂਟਰ ਪਾਕਿਸਤਾਨ ਥਰੂ ਆਊਟ ਹੇਅਰ ਪਿਨ ਬੈਂਡ ਆਫ ਨੰਗਾ ਪਰਬਤ। ਜਦੋਂ ਤੁਸੀਂ ਇੰਡੀਆ ਦਾ ਮੈਪ ਪੜੋਗੇ ਤਾਂ ਇੱਕ ਇਧਰਲੀ ਸਾਈਡ ਬੈਂਡ ਹੈ, ਇੱਕ ਸਿੰਟੈਕਸ਼ੀਅਲ ਬੈਂਡ ਕਹਿੰਦੇ ਨੇ, ਇੱਕ ਨੰਗਾ ਪਰਬਤ ਤੇ ਇੱਕ ਨੰਗਚਾ ਚਾਮਾ। ਸੋ ਇਹ ਦੋ ਸਿੰਟੈਕਸ਼ੀਅਲ ਸਾਡੇ ਬੈਂਡ ਨੇ, ਇੱਕ ਈਸਟ ਸਾਈਡ ਐਂਡ ਇੱਕ ਸਾਡੇ ਵੈਸਟ ਸਾਈਡ। ਸੋ ਉਸ ਦੇ ਵਿੱਚੋਂ ਇੱਕ ਵੈਸਟ ਸਾਈਡ ਹੈ, ਇਸ ਜੋ ਸਾਡਾ ਵੈਸਟ ਸਾਈਡ ਬੈਂਡ ਹੈ ਸਿੰਟੈਕਸ਼ੀਅਲ ਬੈਂਡ, ਉਸ ਨੂੰ ਕੀ ਕਹਿੰਦੇ ਨੇ, ਨੰਗਾ ਪਰਬਤ ਕਹਿੰਦੇ ਨੇ। ਉਸ ਨੰਗਾ ਪਰਬਤ ਸਿੰਟੈਕਸ਼ੀਅਲ ਬੈਂਡ ਤੋਂ ਹੁੰਦੇ ਹੋਏ ਜੋ ਸਾਡੀ ਇੰਡਸ ਰਿਵਰ ਹੈ ਉਹ ਪਾਕਿਸਤਾਨ ਦੇ ਵਿੱਚ ਐਂਟਰ ਕਰਦੀ ਹੈ। ਕਹਿੰਦੇ ਫਾਈਨਲੀ ਡਿਸਚਾਰਜ ਇਨ ਅਰੇਬੀਅਨ ਸੀ। ਸਾਨੂੰ ਪਤਾ ਹੈ ਕਿ ਅਰੇਬੀਅਨ ਸੀ ਦੇ ਵਿੱਚ ਜਸਟ ਥੋੜਾ ਪਾਣੀ ਪਾਇਆ ਜਾਂਦਾ ਹੈ ਐਸ ਕੰਪੇਅਰ ਟੂ ਬੇ ਆਫ ਬੰਗਾਲ, ਬਿਕਾਸ ਮੋਸਟ ਆਫ ਰਿਵਰਸ ਨੇ ਜੋ ਜਾ ਕੇ ਕਿਸ ਦੇ ਵਿੱਚ ਫਲੋ ਹੁੰਦੀਆਂ ਨੇ ਜਾਂ ਕਿਸ ਦੇ ਵਿੱਚ ਜਾ ਕੇ ਡੁੱਲਦੀਆਂ ਤਾਂ ਬੇ ਆਫ ਬੰਗਾਲ ਦੇ ਵਿੱਚ ਜਾਂਦੀਆਂ ਨੇ। ਬਟ ਜੋ ਇੰਡਸ ਰਿਵਰ ਹੈ ਉਹ ਮੇਨਲੀ ਕਿੱਥੇ ਜਾਂਦੀ ਹੈ, ਉਹ ਸਾਡੀ ਅਰੇਬੀਅਨ ਸੀ ਦੇ ਵਿੱਚ ਜਾਂਦੀ ਹੈ। ਬ੍ਰਹਮਪੁੱਤਰਾ, ਗੰਗਾ ਵਰਗੀਆਂ ਰਿਵਰਸ ਕਿੱਥੇ ਜਾਂਦੀ ਹੈ, ਬੇ ਆਫ ਬੰਗਾਲ, ਐਂਡ ਇੰਡਸ ਰਿਵਰ ਹੈ ਜੋ ਸਾਡੀ ਕਿੱਥੇ ਜਾਂਦੀ ਹੈ, ਉਹ ਅਰੇਬੀਅਨ ਸੀ ਦੇ ਵਿੱਚ ਜਾਂਦੀ ਹੈ। ਨੈਕਸਟ ਹੈ ਫਲੋ ਬਾਰੇ ਦੱਸਿਆ ਹੋਇਆ ਐਂਡ ਇੰਡੀਆ ਯੂਜ਼ 20% ਆਫ ਇਟਸ ਵਾਟਰ ਬਾਈ ਇੰਡੋ ਪਾਕਿਸਤਾਨ ਵਾਟਰ ਟ੍ਰੀਟੀ ਆਫ 1960। ਸੋ ਇੱਕ ਸਤਲੁਜ ਰਿਵਰ ਦੇ ਪਾਣੀ ਨੂੰ ਲੈ ਕੇ ਇੰਡਸ ਰਿਵਰ ਦੇ ਪਾਣੀ ਨੂੰ ਲੈ ਕੇ ਜੋ ਪਾਕਿਸਤਾਨ ਦੀ ਗੱਲਬਾਤ ਹੋਈ ਸੀ ਉਹ ਕਦੋਂ ਹੋਈ ਸੀ, ਸਨ 1960 ਦੇ ਵਿੱਚ ਹੋਈ ਸੀ। ਸੋ ਮੈਂ ਨੈਕਸਟਲੀ ਮੂਵ ਕਰਦੇ ਹਾਂ। ਨੈਕਸਟ ਇਹ ਤੁਹਾਨੂੰ ਇੱਕ ਸਲਾਈਡ ਹੀ ਦੇ ਦਿੱਤੀ ਹੈ ਜਿਹਦੇ ਵਿੱਚ ਹਰ ਇੱਕ ਰਿਵਰ ਦਾ ਐਂਸ਼ੀਅੰਟ ਤੇ ਗ੍ਰੀਕ ਨੇਮ ਰਿਪਰੈਜ਼ੈਂਟ ਕੀਤਾ ਹੋਇਆ ਹੈ। ਜੇਹਲਮ ਦਾ ਦਿੱਤਾ ਹੋਇਆ ਹੈ, ਫਿਰ ਚਨਾਬ, ਰਾਵੀ, ਬਿਆਸ ਐਂਡ ਸਤਲੁਜ ਸਭ ਦੇ ਮਾਡਰਨ ਨੇਮ, ਦੈਨ ਉਹਦੇ ਵੈਦਿਕ ਨੇਮ, ਦੈਨ ਉਹਦੇ ਗ੍ਰੀਕ ਨੇਮ ਤੇ ਉਹਦੇ ਮਹਾਭਾਰਤਾ ਨੇਮ। ਸੋ ਸਾਰੇ ਦਿੱਤੇ ਹੋਏ ਨੇ, ਤੁਸੀਂ ਇਸ ਨੂੰ ਯਾਦ ਕਰ ਲੈਣੇ ਨੇ। ਇਹ ਤੁਹਾਡੇ ਲਈ ਨੇ, ਮੈਂ ਆਲਰੇਡੀ ਡਿਸਕਸ ਕਰਵਾ ਚੁੱਕੀ ਹਾਂ। ਜੇਹਲਮ ਦਾ ਵਿਤਾਸਤਾ ਹਾਈਡਾਪਸ ਕਹਿੰਦੇ ਨੇ ਜਿਸ ਨੂੰ, ਚਨਾਬ ਅਸਕਨੀ ਜਿਸ ਨੂੰ ਅਕੇਸਨੀਸ ਕਹਿੰਦੇ ਨੇ, ਰਾਵੀ ਪ੍ਰੁਸ਼ਨੀ ਜਿਸ ਨੂੰ ਹਾਈਡਰੇਟਸ ਕਹਿੰਦੇ ਨੇ, ਤੇ ਬਿਆਸ ਹੈ ਜਿਸ ਨੂੰ ਵਿਪਾਸ਼ਾ ਕਿਹਾ ਜਾਂਦਾ ਹੈ ਸਾਡੇ ਵੈਦਿਕ ਨੇਮ ਦੇ ਵਿੱਚ, ਤੇ ਹਾਈਫੇਸਿਸ ਕਿਹਾ ਜਾਂਦਾ ਹੈ ਗ੍ਰੀਕ ਨੇਮ ਦੇ ਵਿੱਚ।
ਸਤੁਦਰੂ, ਹਾਈਡਸਪਰਸ ਤੇ ਸਤੁਦਰੀ। ਠੀਕ ਹੈ ਜੀ। ਸੋ ਇਹ ਸਤਲੁਜ ਰਿਵਰ ਹੈ। ਇੱਥੇ ਤੁਸੀਂ ਥੋੜੀ ਜੀ ਚੇਂजेस ਕਰ ਲੈਣੀ ਹੈ। ਹਾਂਜੀ, ਇੱਥੇ ਦਿੱਤਾ ਹੋਇਆ ਮਾਡਰਨ ਨੇਮ, ਦੈਨ ਇੱਥੇ ਹੈ ਮਹਾਭਾਰਤ ਨੇਮ ਦੇ ਵਿੱਚ ਉਸਨੂੰ ਸਤਲੁਜ ਕਿਹਾ ਜਾਂਦਾ ਹੈ। ਹੁਣ ਨੈਕਸਟ ਆ ਜਾਂਦਾ ਹੈ ਐਗਜ਼ਾਮ ਦੇ ਵਿੱਚ, ਐਗਜ਼ਾਮੀਨਰ ਕੁਐਸਚਨ ਇੱਥੋਂ ਵੀ ਪੁੱਛਦਾ ਹੈ ਦੁਆਬ। ਬਹੁਤ ਵਾਰ ਪੰਜਾਬ ਦੇ ਵਿੱਚ ਇਹ ਵਰਡ ਨੂੰ ਯੂਜ਼ ਕੀਤਾ ਜਾਂਦਾ ਹੈ ਦੁਆਬਾ। ਠੀਕ ਹੈ ਜੀ। ਇੱਕ ਦੁਆਬਾ ਦਾ ਰੀਜ਼ਨ ਵੀ ਹੈ, ਵੈਸੇ ਵੀ ਦੁਆਬ, ਇੱਕ ਦੁਆਬ ਵਰਡ ਬਹੁਤ ਯੂਜ਼ ਕੀਤਾ ਜਾਂਦਾ ਹੈ। ਦੁਆਬ ਕਹਿੰਦੇ, ਦੁਆਬ ਰੀਜ਼ਨ ਕਿਹੜਾ ਹੁੰਦਾ ਹੈ? ਕਹਿੰਦੇ ਪੰਜਾਬ ਦੇ ਵਿੱਚ ਦੁਆਬ ਰੀਜ਼ਨ ਉਹ ਹੁੰਦਾ ਹੈ, ਦ ਏਰੀਆ ਬਿਟਵੀਨ ਟੂ ਰਿਵਰਸ ਇਜ਼ ਕਾਲਡ ਦੁਆਬ, ਵਿਚ ਇਜ਼ ਲਿਟਰਲੀ ਮੀਨਸ ਅ ਲੈਂਡ ਬਿਟਵੀਨ ਟੂ ਰਿਵਰਸ। ਕਹਿੰਦੇ ਦੋ ਨਦੀਆਂ ਦੇ ਵਿਚਕਾਰ ਦਾ ਜੋ ਰੀਜ਼ਨ ਹੁੰਦਾ ਹੈ ਉਸਨੂੰ ਦੁਆਬ ਰੀਜ਼ਨ ਕਹਿੰਦੇ ਨੇ, ਤੇ ਉਹ ਰੀਜ਼ਨ ਬਹੁਤ ਜ਼ਿਆਦਾ ਫਰਟਾਈਲ ਵੀ ਹੁੰਦਾ ਹੈ, ਬਹੁਤ ਜ਼ਿਆਦਾ ਕੀ ਹੁੰਦਾ ਹੈ ਸਾਡਾ ਉਪਜਾਊ ਹੁੰਦਾ ਹੈ। ਨੈਕਸਟ ਹੈ ਕਹਿੰਦੇ 5 ਦੁਆਬ। ਕਹਿੰਦੇ ਪੰਜਾਬ ਦੇ ਵਿੱਚ 5 ਦੁਆਬ ਨੇ, ਦੇਖ ਲੈਣੇ ਕਿਹੜੇ ਕਿਹੜੇ ਨੇ ਜੋ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਨੇ, ਜਾਂ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਹੈ। ਫਸਟ ਹੈ ਜੀ ਸਾਡਾ ਬਿਸ ਜਲੰਧਰੋਂ ਦਾ ਦੁਆਬ ਬਿਟਵੀਨ ਸਤਲੁਜ ਤੇ ਬਿਆਸ ਰਿਵਰ ਦੇ ਵਿੱਚ ਬਣਿਆ ਹੋਇਆ ਹੈ। ਦੇਖੋ ਬਿਸਤ ਨਾਮ ਤੋਂ ਹੀ ਯਾਦ ਰੱਖਣਾ, ਬੀ ਫॉर ਬਿਆਸ ਤੇ ਸਤਲੁਜ ਦਾ ST ਲਗਾ ਰੱਖਿਆ। ਬਿਆਸ ਤੇ ਸਤਲੁਜ ਦੇ ਜੋ ਵਿਚਕਾਰ ਵਾਲਾ ਰੀਜਨ ਹੈ ਉਸਨੂੰ ਕੀ ਕਿਹਾ ਜਾਂਦਾ ਹੈ? ਬਿਸਤ ਕਿਹਾ ਜਾਂਦਾ ਹੈ। ਬਾਰੀ ਦੁਆਬ, ਬਿਆਸ ਐਂਡ ਰਾਵੀ, ਬਾਰੀ ਜੋ ਬਿਆਸ ਤੇ ਰਾਵੀ ਦੇ ਵਿਚਕਾਰ ਹੋਏਗਾ ਉਹ ਬਾਰੀ ਦੁਆਬ ਹੋਏਗਾ। ਰਚਨਾ ਦੁਆਬ ਕਿਹੜਾ ਹੋਏਗਾ ਜੀ? ਜੋ ਰਾਵੀ ਤੇ ਚਨਾਬ ਦੇ ਵਿਚਕਾਰ ਵਾਲਾ ਰੀਜਨ ਹੈ। ਦੇਖੋ ਜੋ ਬਿਆਸ ਤੇ ਸਤਲੁਜ ਦੇ ਵਿਚਕਾਰ ਵਾਲਾ ਰੀਜਨ ਹੈ ਉਸਨੂੰ ਬਿਸਤ ਕਿਹਾ ਜਾਂਦਾ ਹੈ। ਜੋ ਬਿਆਸ ਤੇ ਰਾਵੀ ਦੇ ਵਿਚਕਾਰ ਵਾਲਾ ਰੀਜਨ ਹੈ, ਬਿਟਵੀਨ ਰੀਜਨ ਹੈ, ਉਸਨੂੰ ਬਾਰੀ ਕਿਹਾ ਜਾਂਦਾ ਹੈ। ਤੇ ਰਚਨਾ ਜੋ ਸਾਡਾ ਰਾਵੀ ਤੇ ਚਨਾਬ ਵਾਲ ਦੇ ਵਿੱਚ ਵਾਲਾ ਪਾਰਟ ਹੈ, ਦੋਨਾਂ ਰਿਵਰਸ ਦੇ ਵਿਚਕਾਰ ਲੈਂਡ ਹੈ, ਉਸਨੂੰ ਰਚਨਾ ਦੁਆਬ ਕਿਹਾ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਛੱਜ ਦੁਆਬ ਜੋ ਸਾਡਾ ਜਿਹਲਮ ਤੇ ਚਨਾਬ ਦੇ ਵਿਚਕਾਰ ਹੈ ਉਸਨੂੰ ਛੱਜ ਦੁਆਬ ਕਿਹਾ ਜਾਂਦਾ ਹੈ। ਸਿੰਧ ਸਾਗਰ ਦੁਆਬ ਬਿਟਵੀਨ ਜਿਹਲਮ ਐਂਡ ਇੰਡਸ, ਜਿਹਲਮ ਤੇ ਇੰਡਸ ਵਾਲਾ ਜੋ ਵਿਚਕਾਰ ਵਾਲਾ ਪਾਰਟ ਹੈ ਉਸਨੂੰ ਸਿੰਧ ਸਾਗਰ ਦੁਆਬ ਕਿਹਾ ਜਾਂਦਾ ਹੈ। ਅਗਰ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਤੁਸੀਂ ਯਾਦ ਰੱਖੋਗੇ ਤਾਂ ਇਹਨਾਂ 3 ਦੁਆਬਾਂ ਨੂੰ ਤੁਸੀਂ ਯਾਦ ਰੱਖ ਲਓ। ਇੱਥੇ 3 ਦੁਆਬਾਂ ਦੇ ਵਿੱਚੋਂ 4 ਦੁਆਬਸ, ਇਹਨਾਂ 4 ਦੁਆਬਾਂ ਨੂੰ ਤੁਸੀਂ ਯਾਦ ਰੱਖ ਲਓ। ਵੈਰੀ ਵੈਰੀ ਇੰਪੋਰਟੈਂਟ ਹੈ ਅਕੋਰਡਿੰਗ ਟੂ ਯਰ ਐਗਜ਼ਾਮ ਪੁਆਇੰਟ ਆਫ ਵਿਊ ਨਾਲ, ਜਿੱਥੋਂ ਐਗਜ਼ਾਮੀਨਰ ਕੁਐਸਚਨ ਚੱਕੇਗਾ। ਸੋ ਆਪਾਂ ਨੈਕਸਟਲੀ ਮੂਵ ਕਰਦੇ ਹਾਂ। ਇਹ ਤੁਹਾਨੂੰ ਮੈਪ ਦਿੱਤਾ ਹੋਇਆ ਕੱਲੇ ਕੱਲੇ ਦੁਆਬ ਬਾਰੇ। ਬਾਰੀ ਦੁਆਬ ਹੈ ਜੀ ਸਾਡਾ, ਰਚਨਾ ਦੁਆਬ, ਚੱਜ ਦੁਆਬ, ਸਿੰਧ ਸਾਗਰ ਦੁਆਬ। ਸਾਰੇ ਦੁਆਬਾਂ ਨੂੰ ਤੁਸੀਂ ਅਗਰ ਮੈਪ ਦੇ ਵਿੱਚ ਅਬਜ਼ਰਵ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ। ਨੈਕਸਟਲੀ ਆਪਾਂ ਮੂਵ ਕਰਦੇ ਆਪਣੇ ਵੈਟਲੈਂਡਸ ਦੇ ਉੱਤੇ। ਹੁਣ ਫਸਟਲੀ ਆਪਾਂ ਦੇਖਾਂਗੇ ਕਿ ਵੈਟਲੈਂਡਸ ਹੁੰਦੇ ਕੀ ਨੇ। ਵੈਟਲੈਂਡਸ ਜੋ ਨਮੀ ਜਿਹੇ ਵਾਲਾ ਰੀਜਨ ਹੋਵੇ, ਠੀਕ ਹੈ, ਜਿੱਥੇ ਕੀ ਹੈ ਪਾਣੀ ਦੇਖਣ ਨੂੰ ਮਿਲੇ। ਦੇਖੋ ਵੈਸੇ ਤਾਂ ਆਪਾਂ ਕਹਿ ਦਿੰਦੇ ਹਾਂ ਸਾਡਾ ਸੀ ਵੀ ਹੈ, ਸਾਡੀ ਰਿਵਰ ਹੈ, ਆਲਰੇਡੀ ਆਪਾਂ ਡਿਸਕਸ ਕਰ ਚੁੱਕੇ ਹਾਂ। ਵੈਟਲੈਂਡਸ ਹੁੰਦੇ ਆ ਜਿੱਥੇ ਪਾਣੀ ਦਾ ਫਲੋ ਹੋਵੇ ਪਰ ਉੱਪਰ ਧਰਤੀ ਦੀ ਸਤ੍ਹਾ ਦੇ ਉੱਪਰ ਹੋਵੇ, ਡੂੰਘਾਈ ਦੇ ਵਿੱਚ ਨਾ ਹੋਵੇ, ਉਸਨੂੰ ਵੈਟਲੈਂਡ ਕਿਹਾ ਜਾਂਦਾ ਹੈ। ਸੋ ਕਹਿੰਦੇ ਵੈਟਲੈਂਡ ਇਜ਼ ਅ ਡਿਸਟਿੰਕਟ ਇਕੋਸਿਸਟਮ ਦੈਟ ਇਜ਼ ਫਲੱਡਡ ਸੈਚੂਰੇਟਡ ਬਾਈ ਵਾਟਰ ਈਦਰ ਪਰਮਾਨੈਂਟਲੀ ਔਰ ਸੀਜ਼ਨਲੀ। ਕਹਿੰਦੇ ਜੋ ਉਹ ਵਾਲਾ ਸੈਚੂਰੇਟਡ ਏਰੀਆ ਹੈ, ਪਾਣੀ ਨਾਲ ਢਕਿਆ ਹੋਇਆ ਉਹ ਏਰੀਆ, ਜਾਂ ਤਾਂ ਉਹ ਪਰਮਾਨੈਂਟ ਹੋਵੇ ਕਿ ਹਰ ਸਮੇਂ ਉੱਥੇ ਪਾਣੀ ਰਹਿੰਦਾ ਹੈ, ਜਾਂ ਫਿਰ ਸੀਜ਼ਨਲੀ, ਕੋਈ ਮੌਨਸੂਨ ਸੀਜ਼ਨ ਆ ਗਿਆ, ਵਿੰਟਰ ਸੀਜ਼ਨ ਆ ਗਿਆ, ਕਿਸੇ ਸੀਜ਼ਨ ਦੇ ਵਿੱਚ ਜਿੱਥੇ ਪਾਣੀ ਆਵੇ, ਜਾਂ ਫਿਰ ਹਰ ਸਮੇਂ ਪਾਣੀ ਨਾਲ ਢਕਿਆ ਰਵੇ ਬਟ ਇੱਕ ਸਿੱਲਾ ਜਿਹਾ ਰੀਜਨ ਹੋਵੇ, ਉਸਨੂੰ ਵੈਟਲੈਂਡ ਕਿਹਾ ਜਾਂਦਾ ਹੈ। ਨੈਕਸਟਲੀ ਰਾਮਸਰ ਕਨਵੈਨਸ਼ਨ। ਦੇਖੋ ਸਾਡੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਰਾਮਸਰ ਸਾਈਟਸ ਦੀ ਗੱਲ ਕਰੀਏ ਤਾਂ ਵੈਟਲੈਂਡ ਵਾਲੇ ਰੀਜਨਸ ਦੀ ਗੱਲ ਕੀਤੀ ਜਾਂਦੀ ਹੈ। ਰਾਮਸਰ ਸਾਈਟਸ ਪੰਜਾਬ ਦੇ ਵਿੱਚ 6 ਆਪਣੀਆਂ ਰਾਮਸਰ ਸਾਈਟ ਹੋ ਚੁੱਕੀਆਂ ਨੇ। ਤੇ ਅਗਰ ਗੱਲ ਕੀਤੀ ਜਾਵੇ ਸਾਡੇ ਇੰਡੀਆ ਦੇ ਵਿੱਚ ਆਈ ਥਿੰਕ ਸੋ 74 ਜੋ ਰਾਮਸਰ ਸਾਈਟ ਹੋ ਚੁੱਕੀਆਂ ਨੇ। ਰੀਸੈਂਟਲੀ ਕਰੰਟਲੀ ਅਗਰ ਗੱਲ ਕਰੀਏ ਤਾਂ 11 ਰਾਮਸਰ ਸਾਈਟ ਨੇ ਜੋ ਰੀਸੈਂਟਲੀ ਸਾਡੀ ਇੰਡੀਆ ਦੇ ਵਿੱਚ ਐਡ ਕੀਤੀਆਂ ਗਈਆਂ ਸੀ। 4 ਸਾਡੇ ਤਾਮਿਲਨਾਡੂ ਦੇ ਵਿੱਚ ਕੀਤੀਆਂ ਗਈਆਂ, 3 ਸਾਡੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਕੀਤੀਆਂ ਗਈਆਂ, ਇੱਕ ਮੇਘਾਲਿਆ ਐਂਡ ਆਪਣੇ ਮਹਾਰਾਸ਼ਟਰ ਵਾਲੇ ਰੀਜਨ ਦੇ ਵਿੱਚ ਇਹ ਐਡ ਕੀਤੀਆਂ ਗਈਆਂ। ਸੋ ਨੈਕਸਟ ਗੱਲ ਕਰਦੇ ਆਪਣੀ ਰਾਮਸਰ ਕਨਵੈਨਸ਼ਨ ਹੈ ਕੀ ਹੈ। ਕਹਿੰਦੇ ਇਟ ਵਾਸ ਸਾਈਨਡ ਇਨ 1971। ਕਹਿੰਦੇ ਇੱਕ ਐਗਰੀਮੈਂਟ ਸੀ ਜੋ ਸਾਈਨ ਹੋਇਆ ਸੀ 1971 ਦੇ ਵਿੱਚ ਇਰਾਨੀਅਨ ਸਿਟੀ ਆਫ ਰਾਮਸਰ। ਠੀਕ ਹੈ ਜੀ, ਈਰਾਨ ਦੀ ਇੱਕ ਸਿਟੀ ਸੀ ਰਾਮਸਰ, ਉੱਥੇ ਇੱਕ ਐਗਰੀਮੈਂਟ ਸਾਈਨ ਹੋਇਆ ਸੀ and is one of the oldest intergovernmental accord for preserving the ecological character of wetland। wetlands ਨੂੰ preserve ਕਰਨ ਦੇ ਲਈ
ਵੈਟਲੈਂਡਸ ਨੂੰ ਬਚਾਉਣ ਦੇ ਲਈ ਇੱਕ ਅਕੋਰਡ ਸਾਈਨ ਹੋਇਆ ਸੀ। ਬਹੁਤ ਪੁਰਾਣਾ ਅਕੋਰਡ ਹੈ ਜੋ ਈਰਾਨ ਦੇ ਇੱਕ ਸ਼ਹਿਰ ਰਾਮਸਰ ਦੇ ਵਿੱਚ ਸਾਈਨ ਕੀਤਾ ਗਿਆ ਸੀ। ਐਗਜ਼ਾਮੀਨਰ ਪੁੱਛਦਾ ਕਿਹੜੇ ਸਾਲ ਦੇ ਵਿੱਚ ਤੇ ਕਿਹੜੀ ਸਿਟੀ ਦੇ ਵਿੱਚ, ਕਿਹੜੇ ਦੇਸ਼ ਦੇ ਵਿੱਚ। ਦੇਸ਼ ਹੋਏਗਾ ਸਾਡਾ ਈਰਾਨ, ਉੱਥੋਂ ਦੀ ਇੱਕ ਸਿਟੀ ਸੀ ਰਾਮਸਰ, ਜਿਸ ਦੇ ਨਾਮ ਦੇ ਉੱਤੇ ਹੀ ਇਸ ਅਕੋਰਡ ਨੂੰ ਨਾਮ ਰੱਖਿਆ ਗਿਆ ਰਾਮਸਰ ਸਾਈਟ। ਤੇ ਇਹ ਕਿਸ ਚੀਜ਼ ਦੇ ਲਈ ਸੀ? ਇਹ ਰਾਮਸਰ ਸਾਈਟ ਦੇ ਵੈਟਲੈਂਡਸ ਨੂੰ ਪ੍ਰੀਜ਼ਰਵ ਕਰਨ ਦੇ ਲਈ, ਵੈਟਲੈਂਡਸ ਨੂੰ ਡਿਸਟਿੰਕਟ ਖਤਮ ਹੋਣ ਤੋਂ ਬਚਾਉਣ ਦੇ ਲਈ ਇਸ ਅਕੋਰਡ ਨੂੰ ਸਾਈਨ ਕੀਤਾ ਗਿਆ ਸੀ। ਇਟ ਆਲਸੋ ਨੋਨ ਐਜ਼ ਅ ਕਨਵੈਨਸ਼ਨ ਆਫ ਵੈਟਲੈਂਡ ਵੀ ਕਿਹਾ ਜਾਂਦਾ ਹੈ ਇਸ ਨੂੰ। ਮੌਂਟਰੈਕਸ ਰਿਕਾਰਡ ਕੀ ਹੁੰਦਾ ਹੈ? ਇਹ ਵੀ ਐਗਜ਼ਾਮੀਨਰ ਕੁਐਸਚਨ ਪੁੱਛਦਾ ਹੈ। ਕਹਿੰਦੇ ਮੌਂਟਰੈਕਸ ਰਿਕਾਰਡ ਅੰਡਰ ਦਾ ਰਾਮਸਰ ਕਨਵੈਨਸ਼ਨ ਇਜ਼ ਰਜਿਸਟਰਡ ਆਫ ਵੈਟਲੈਂਡ ਸਾਈਨ ਔਨ ਦਾ ਲਿਸਟ ਆਫ ਵੈਟਲੈਂਡ ਆਫ ਇੰਟਰਨੈਸ਼ਨਲ ਇੰਪੋਰਟੈਂਸ। ਕਹਿੰਦੇ ਰਾਮਸਰ ਸਾਈਟਸ ਦੇ ਵਿੱਚ ਹੀ ਇੱਕ ਛੋਟਾ ਜਿਹਾ ਪਾਰਟ ਹੈ ਮੌਂਟਰੈਕਸ ਰਿਕਾਰਡ, ਉਹਦੇ ਵਿੱਚ ਉਹਨਾਂ ਰਾਮਸਰ ਸਾਈਟਸ ਨੂੰ, ਉਹਨਾਂ ਵੈਟਲੈਂਡਸ ਨੂੰ ਐਡ ਕੀਤਾ ਜਾਂਦਾ ਹੈ ਜਿਨ੍ਹਾਂ ਦੀ ਇੰਟਰਨੈਸ਼ਨਲ ਰਾਸ਼ਟਰੀ ਪੱਧਰ ਦੇ ਉੱਤੇ ਇੰਪੋਰਟੈਂਸ ਜਾਂ ਮਹੱਤਤਾ ਹੁੰਦੀ ਹੈ। ਸੋ ਇਹ ਪੁੱਛਿਆ ਜਾਏਗਾ ਕਿ ਅਕੋਰਡ ਕਦੋਂ ਸਾਈਨ ਕੀਤਾ ਗਿਆ ਸੀ, ਕਿਹੜੇ ਦੇਸ਼ ਦੇ ਵਿੱਚ ਕੀਤਾ ਗਿਆ ਸੀ? 1971 ਦੇ ਵਿੱਚ ਸਾਈਨ ਕੀਤਾ ਗਿਆ ਸੀ, ਈਰਾਨ ਦੇ ਇੱਕ ਸ਼ਹਿਰ ਰਾਮਸਰ ਦੇ ਵਿੱਚ ਸਾਈਨ ਕੀਤਾ ਗਿਆ ਸੀ। ਹੁਣ ਗੱਲ ਕੀਤੀ ਸੀ ਮੈਂ ਕਿ ਸਾਡੇ ਪੰਜਾਬ ਦੇ ਵਿੱਚ ਕੀ ਨੇ? 6 ਰਾਮਸਰ ਸਾਈਟਸ ਨੇ। 3 ਪਹਿਲਾਂ ਸੀ, 3 ਰੀਸੈਂਟਲੀ ਐਡ ਕੀਤੀਆਂ ਗਈਆਂ। ਸੋ ਦੇਖ ਲੈਂਦੇ ਹਾਂ ਪਹਿਲਾਂ ਕਿਹੜੀਆਂ ਸੀ। ਸਭ ਤੋਂ ਪੁਰਾਣੀਆਂ ਨੇ ਜੀ, ਅਗਰ ਪੁੱਛਿਆ ਜਾਵੇ, ਕਹਿੰਦੇ ਪੰਜਾਬ ਹੈਜ਼ 12 ਨੈਚੁਰਲ ਐਂਡ 9 ਮੈਨ ਮੇਡ ਵੈਟਲੈਂਡਸ। ਪਰ ਪੰਜਾਬ ਦੇ ਵਿੱਚ 12 ਨੈਚੁਰਲ ਕੁਦਰਤੀ ਤੌਰ ਤੇ 9 ਕੀ ਨੇ? 9 ਕੀ ਨੇ? ਮੈਨ ਮੇਡ, ਮਨੁੱਖ ਦੁਆਰਾ ਬਣਾਏ ਗਏ ਵੈਟਲੈਂਡਸ ਨੇ। ਉਹਨਾਂ ਦੇ ਵਿੱਚੋਂ 6 ਕੀ ਨੇ? ਰਾਮਸਰ ਸਾਈਟ ਹੈ। ਕਿਹੜੀ ਕਿਹੜੀ ਹੈ? ਹਰੀਕੇ ਵੈਟਲੈਂਡ ਪੁਰਾਣੀ ਵੈਟਲੈਂਡ ਹੈ, ਕੰਚਲੀ ਵੈਟਲੈਂਡ ਇਹ ਵੀ ਪੁਰਾਣੀ ਵੈਟਲੈਂਡ ਹੈ ਕਪੂਰਥਲੇ ਦੇ ਵਿੱਚ, ਰੋਪੜ ਵੈਟਲੈਂਡ ਇਹ ਵੀ ਪੁਰਾਣੀ ਹੈ। ਇਹ ਤਿੰਨੋਂ ਦੀਆਂ ਤਿੰਨੋਂ ਕੀ ਨੇ? ਪੁਰਾਣੀਆਂ ਵੈਟਲੈਂਡਸ ਨੇ। ਇਹ 2002 ਤੇ 1996 ਦੇ ਵਿੱਚ ਬਣੀਆਂ ਹੋਈਆਂ ਇਹ ਵੈਟਲੈਂਡਸ ਨੇ, ਹਰੀਕੇ ਵੈਟਲੈਂਡ, ਕੰਚਲੀ ਤੇ ਰੋਪੜ ਵੈਟਲੈਂਡ। ਕਪੂਰਥਲਾ ਦੇ ਵਿੱਚ ਹੈ, ਰੋਪੜ ਦੇ ਵਿੱਚ ਹੀ ਹੈ, ਹਰੀਕੇ ਸਾਡੀ ਤਰਨਤਾਰਨ ਦੇ ਵਿੱਚ ਹੈ। ਨੈਕਸਟ ਹੈ ਜੀ ਨੰਗਲ ਵੈਟਲੈਂਡ ਹੈ। ਨੰਗਲ ਵੈਟਲੈਂਡ ਸਾਡੀ 2019 ਦੇ ਵਿੱਚ ਬਣੀ ਸੀ। ਕੇਸ਼ਵਪੁਰ ਮਨਾਨੀ ਬਿਆਸ ਰਿਵਰ ਦੇ ਉੱਤੇ, ਇਹ ਵੀ 2019 ਦੇ ਵਿੱਚ ਬਣੀ, ਤੇ ਇਹ ਵੀ ਬਿਆਸ ਰਿਵਰ ਹੈ 2019 ਦੇ ਵਿੱਚ ਹੀ ਬਣੀ ਸਾਡੀ ਰਾਮਸਰ ਸਾਈਟ। ਸੋ ਇੱਥੇ ਤੁਸੀਂ ਇਹਨਾਂ ਨੂੰ ਯਾਦ ਰੱਖਣਾ ਹੈ ਕਿ ਕਿਹੜੀ ਕਿਹੜੀ ਸਾਡੇ ਪੰਜਾਬ ਦੀ ਕਿਹੜੀਆਂ ਕਿਹੜੀਆਂ ਰਾਮਸਰ ਸਾਈਟ ਨੇ। ਇਸ ਦੇ ਵਿੱਚੋਂ ਹਰੀਕੇ ਮੈਨ ਮੇਡ ਰਾਮਸਰ ਸਾਈਟ ਹੈ, ਕੰਚਲੀ ਮੈਨ ਮੇਡ ਰਾਮਸਰ ਸਾਈਟ ਹੈ, ਰੋਪੜ ਮੈਨ ਮੇਡ ਸਾਈਟ ਹੈ, ਨੰਗਲ ਵੀ ਇੱਕ ਮੈਨ ਮੇਡ ਰਾਮਸਰ ਸਾਈਟ ਹੈ, ਤੇ ਬਿਆਸ ਵੀ। ਓਨਲੀ ਔਨ ਕੇਸ਼ਵਪੁਰ ਮਨਾਨੀ ਹੈ ਜੋ ਕੇਸ਼ਵਪੁਰ ਮਨਾਨੀ ਰਾਮਸਰ ਸਾਈਟ ਹੈ, ਜਸਟ ਓਨਲੀ ਕੇਸ਼ਵਪੁਰ ਮਨਾਨੀ ਕੀ ਹੈ ਜੀ? ਸਾਡੀ ਇੱਕ ਨੈਚੁਰਲ ਰਾਮਸਰ ਸਾਈਟ ਹੈ। ਸੋ ਇਹਨਾਂ ਨੂੰ ਤੁਸੀਂ ਯਾਦ ਰੱਖਣਾ ਹੈ। ਸੋ ਨੈਕਸਟਲੀ ਮੂਵ ਕਰਦੇ ਹਾਂ। ਕਹਿੰਦੇ ਪੰਜਾਬ ਵੈਟਲੈਂਡ, ਕਹਿੰਦੇ ਪੰਜਾਬ ਦੇ ਵਿੱਚ ਕਿੰਨੇ ਤਰੀਕੇ ਦੇ ਵੈਟਲੈਂਡ ਹੈ? ਅਗਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕੁਝ ਐਵੇਂ ਦੇ ਵੈਟਲੈਂਡ ਨੇ ਜਿਨ੍ਹਾਂ ਦੀ ਇੰਟਰਨੈਸ਼ਨਲ ਇੰਪੋਰਟੈਂਸ ਹੁੰਦੀ ਹੈ, ਕੁਝ ਐਵੇਂ ਦੇ ਜਿਨ੍ਹਾਂ ਦੀ ਨੈਸ਼ਨਲ ਇੰਪੋਰਟੈਂਸ ਹੈ, ਕੁਝ ਸਟੇਟ ਵੈਟਲੈਂਡ ਨੇ ਤੇ ਕੁਝ ਅਦਰ ਆਇਡੈਂਟੀਫਾਈਡ ਵੈਟਲੈਂਡਸ ਨੇ। ਸੋ ਇੰਪੋਰਟੈਂਟ ਜਿਨ੍ਹਾਂ ਦੀ ਇੰਟਰਨੈਸ਼ਨਲ ਵੈਟਲੈਂਡ ਉਹ ਹੁੰਦੇ ਨੇ ਜਿਹੜੇ ਰਾਮਸਰ ਸਾਈਟਸ ਵਗੈਰਾ ਹੋ ਗਈਆਂ, ਉਹ ਆਪਾਂ ਡਿਸਕਸ ਕਰ ਚੁੱਕੇ ਹਾਂ। ਕੁਝ ਕੁ ਸਟੇਟ ਵੈਟਲੈਂਡਸ ਨੇ, ਸੋ ਜੋ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਜ਼ਿਆਦਾ ਇੰਪੋਰਟੈਂਟ ਨਹੀਂ ਹੈ, ਜਸਟ ਉਹੀ ਇੰਪੋਰਟੈਂਟ ਹੈ ਜਿਵੇਂ ਆਪਣੀਆਂ ਜੋ ਰਾਮਸਰ ਸਾਈਟਸ ਨੇ, ਜਿਵੇਂ ਹਰੀਕੇ ਵੈਟਲੈਂਡ ਹੈ, ਕੰਚਲੀ ਵੈਟਲੈਂਡ ਹੈ, ਇਹ ਜੋ ਨੇ ਇਹ ਇੰਟਰਨੈਸ਼ਨਲੀ ਇੰਪੋਰਟੈਂਸ ਵਾਲੇ ਵੈਟਲੈਂਡ ਨੇ ਜੋ ਐਗਜ਼ਾਮੀਨਰ ਇੱਥੋਂ ਕੁਐਸਚਨ ਚੱਕਦਾ ਹੈ ਤੇ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਫਸਟਲੀ ਗੱਲ ਕਰੀਏ ਆਪਾਂ ਹਰੀਕੇ ਵੈਟਲੈਂਡ ਦੀ, ਤਾਂ ਆਲਸੋ ਨੋਨ ਐਜ਼ ਅ ਹਰੀਕੇ ਪਤਨ। ਹਰੀਕੇ ਵੈਟਲੈਂਡ ਹੈ ਜਿਸ ਨੂੰ ਹਰੀਕੇ ਪਤਨ ਵੀ ਕਿਹਾ ਜਾਂਦਾ ਹੈ, ਜਿੱਥੇ ਬਿਆਸ ਤੇ ਸਤਲੁਜ ਰਿਵਰ ਜਾ ਕੇ ਮਿਲਦੀਆਂ ਨੇ। ਇਹ ਰੀਜ਼ਨ ਹੈ ਜੀ ਸਾਡਾ ਜੋ ਫਿਰੋਜ਼ਪੁਰ ਤੇ ਤਰਨਤਾਰਨ ਦੇ ਬਾਰਡਰ ਦੇ ਉੱਤੇ ਹੈ। ਇਸ ਤੋਂ ਇਲਾਵਾ ਕਹਿੰਦੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਬਣਿਆ ਹੋਇਆ ਹੈ। ਇਹ 1952 ਦੇ ਵਿੱਚ ਕੀ ਆਇਆ ਸੀ? ਐਗਜ਼ਿਸਟੈਂਸ ਦੇ ਵਿੱਚ ਆਇਆ ਸੀ। ਤੇ ਇਸ ਨੂੰ ਰਾਮਸਰ ਸਾਈਟ ਜਾਂ ਫਿਰ ਇੰਟਰਨੈਸ਼ਨਲੀ ਇੰਪੋਰਟੈਂਟ ਬਾਡੀ ਕਦੋਂ ਡਿਕਲੇਅਰ ਕੀਤਾ ਗਿਆ ਸੀ? 1990 ਦੇ ਵਿੱਚ, 1990 ਦੇ ਵਿੱਚ ਇਸ ਨੂੰ ਰਾਮਸਰ ਸਾਈਟ ਡਿਕਲੇਅਰ ਕੀਤਾ ਗਿਆ ਸੀ ਤੇ 1952 ਦੇ ਵਿੱਚ ਇਸ ਨੂੰ ਇਹ ਐਗਜ਼ਿਸਟੈਂਸ ਦੇ ਵਿੱਚ ਆਇਆ ਸੀ। ਇਸ ਤੋਂ ਇਲਾਵਾ ਵਾਈਲਡ ਲਾਈਫ ਸੈਂਚੁਰੀ ਨੂੰ 1982 ਦੇ ਵਿੱਚ ਇਸ ਨੂੰ ਵਾਈਲਡ ਲਾਈਫ ਸੈਂਚੁਰੀ ਵੀ ਡਿਕਲੇਅਰ ਕਰ ਦਿੱਤਾ ਗਿਆ ਸੀ। ਤੇ ਮੈਂ ਆਲਰੇਡੀ ਦੱਸ ਚੁੱਕੀ ਹਾਂ ਇਹ ਕੀ ਹੈ? ਇੱਕ ਮੈਨ ਮੇਡ ਵੈਟਲੈਂਡ ਹੈ। ਨੈਕਸਟ ਹੈ ਜੀ ਸਾਡਾ ਕੰਜਲੀ ਵੈਟਲੈਂਡ। PCS ਦੇ ਵਿੱਚ ਵੀ ਕੁਐਸਚਨ ਪੁੱਛਿਆ ਗਿਆ ਸੀ ਕਿ ਕੰਜਲੀ ਵੈਟਲੈਂਡ ਹੈ ਕਿੱਥੇ ਹੈ? ਤੇ ਕਪੂਰਥਲੇ ਦੇ ਵਿੱਚ ਹੈ
ਤੇ ਆਲਰੇਡੀ ਮੈਂ ਦੱਸ ਚੁੱਕੀ ਹਾਂ ਇੱਕ ਮੈਨ ਮੇਡ ਫਰੈਸ਼ ਵਾਟਰ ਵੈਟਲੈਂਡ ਹੈ, ਹੈਗਾ ਕਿੱਥੇ, ਕਪੂਰਥਲੇ ਦੇ ਵਿੱਚ ਹੈ। ਇਹ 1970 ਦੇ ਵਿੱਚ ਐਗਜ਼ਿਸਟੈਂਸ ਦੇ ਵਿੱਚ ਆਇਆ ਸੀ, ਜੋ ਆਲਰੇਡੀ ਮੈਂ ਮੈਂਸ਼ਨ ਕਰ ਚੁੱਕੀ ਹੈ ਕਿ ਰਾਮਸਰ ਸਾਈਟ ਸਾਡਾ 2002 ਦੈਟ ਮੀਨਸ 2002 ਦੇ ਵਿੱਚ ਬਣਿਆ ਸੀ। ਨੈਕਸਟ ਹੈ ਜੀ ਸਾਡਾ ਰੋਪੜ ਵੈਟਲੈਂਡ ਹੈ, ਇਹ ਵੀ 2002 ਦੇ ਵਿੱਚ ਹੀ ਬਣਿਆ ਸੀ। ਰਾਮਸਰ ਸਾਈਟ ਤੇ ਐਗਜ਼ਿਸਟੈਂਸ 'ਚ ਆਇਆ ਸੀ 1887 ਦੇ ਵਿੱਚ, ਤੇ ਵੀ ਇੱਕ ਕੀ ਹੈ ਮੈਨ ਮੇਡ ਵੈਟਲੈਂਡ ਹੈ। ਨੈਕਸਟ ਆਪਣੇ ਜਿਹੜੇ ਹੁਣ ਰੀਸੈਂਟਲੀ ਬਣੇ ਨੇ ਇਹ ਨੇ ਜੀ ਸਾਡੇ ਬਿਆਸ ਕੰਜ਼ਰਵੇਸ਼ਨ, ਜੋ 26/9/2019 ਦੇ ਵਿੱਚ ਰਾਮਸਰ ਸਾਈਟ ਜਿਸ ਨੂੰ ਡਿਕਲੇਅਰ ਕੀਤਾ ਗਿਆ ਹੈ। ਕੇਸ਼ਵਪੁਰ ਮਨਾਨੀ ਜਿਹੜਾ ਇਕਲੌਤਾ ਸਾਡਾ ਰਾਮਸਰ ਸਾਈਟ ਹੈ ਜੋ ਨੈਚੁਰਲ ਵੈਟਲੈਂਡ ਹੈ, ਇਹ ਵੀ ਸਾਡਾ 2019 26/9/2019 ਨੂੰ ਹੀ ਰਾਮਸਰ ਸਾਈਟ ਇਸ ਨੂੰ ਡਿਕਲੇਅਰ ਕੀਤਾ ਗਿਆ ਹੈ। ਤੇ ਨੰਗਲ ਵਾਈਲਡ ਲਾਈਫ ਸੈਂਚੁਰੀ ਨੂੰ ਵੀ ਸਾਡੀ ਰਾਮਸਰ ਸਾਈਟ 26/9/2019 ਨੂੰ ਹੀ ਡਿਕਲੇਅਰ ਕੀਤਾ ਗਿਆ। ਤੇ ਜੋ ਸਾਡਾ ਕੇਸ਼ਵਪੁਰ ਮਨਾਨੀ ਹੈ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਤੁਹਾਨੂੰ ਇਹ ਜੋ ਸਾਡੀ ਰਾਮਸਰ ਸਾਈਟ ਹੈ ਕਿਹੜੇ ਰੀਜਨ ਦੇ ਵਿੱਚ, ਗੁਰਦਾਸਪੁਰ ਰੀਜਨ ਦੇ ਵਿੱਚ ਦੇਖਣ ਨੂੰ ਮਿਲੇਗੀ। ਹੁਣ ਆਪਾਂ ਗੱਲ ਕੀਤੀ ਹੈ ਕਿ ਸਾਡੇ ਕੁਝ ਐਵੇਂ ਦੇ ਵੈਟਲੈਂਡਸ ਨੇ ਜਿਨ੍ਹਾਂ ਦੀ ਕੀ ਹੈ ਨੈਸ਼ਨਲ ਇੰਪੋਰਟੈਂਸ ਹੈ। ਸੋ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਐਗਜ਼ਾਮ ਪੁਆਇੰਟ ਆਫ ਵਿਊ ਨਾਲ, ਜਸਟ ਤੁਸੀਂ ਨੇਮ ਯਾਦ ਰੱਖਣੇ ਨੇ। ਇੱਕ ਰਣਜੀਤ ਸਾਗਰ ਡੈਮ ਹੈ, ਠੀਕ ਹੈ ਜੀ। ਰਣਜੀਤ ਸਾਗਰ ਡੈਮ ਦਾ ਤੁਹਾਨੂੰ ਪਤਾ ਹੀ, ਰਣਜੀਤ ਸਾਗਰ ਵੈਟਲੈਂਡ ਉਹੀ ਹੈ ਜੋ ਰਾਵੀ ਰਿਵਰ ਦੇ ਉੱਤੇ ਡੈਮ ਬਣਿਆ ਹੋਇਆ ਹੈ। ਨੈਕਸਟ ਹੈ ਜੀ ਉਹ ਸਿਰਫ ਇੱਕ ਹੀ ਸੀ ਜਿਸ ਦੀ ਨੈਸ਼ਨਲ ਇੰਪੋਰਟੈਂਸ ਹੈ। ਤੇ ਸਟੇਟ ਦੇ ਅਕੋਰਡਿੰਗ ਦੇਖਿਆ ਜਾਵੇ ਤਾਂ ਸਟੇਟ ਦੀ ਇੰਪੋਰਟੈਂਟ ਕਿਹੜੇ ਵੈਟਲੈਂਡ ਨੇ, ਇਹ ਵੀ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਜ਼ਿਆਦਾ ਇੰਪੋਰਟੈਂਟ ਨਹੀਂ ਰਹਿਣਗੇ। ਸੋ ਨਾਮ ਯਾਦ ਰੱਖ ਲੈਣੇ ਨੇ, ਜਸਤਰਵਾਲ ਵੈਟਲੈਂਡ ਹੈ, ਕਾਨੂੰਵਾਨ ਚੰਬ ਵੈਟਲੈਂਡ ਹੈ, ਮੰਡ ਬਥਰਾਲਾ ਵੈਟਲੈਂਡ ਹੈ ਤੇ ਡੋਲਾ ਬਾਹਾ ਰਿਜ਼ਰਵੀਅਰ। ਜਸਟ ਇਹ ਯਾਦ ਰੱਖਣਾ ਹੈ, ਇੰਪੋਰਟੈਂਟ ਹੈ। ਡੋਲਾ ਬਾਹਾ ਰਿਜ਼ਰਵੀਅਰ ਜੋ ਕਿ ਇੱਕ ਆਪਣੀ ਇੰਡਸ ਵੈਲੀ ਸਿਵਲਾਈਜੇਸ਼ਨ ਸਾਈਟ ਵੀ ਹੈ ਪੰਜਾਬ ਦੇ ਵਿੱਚ, ਡੋਲਾ ਬਾਹਾ ਰਿਜ਼ਰਵੀਅਰ ਇਹ ਵੀ ਇੱਕ ਕੀ ਹੈ ਮੈਨ ਮੇਡ ਤੇ ਹੁਸ਼ਿਆਰਪੁਰ। ਇਹ ਇੰਪੋਰਟੈਂਟ ਕਿਉਂ ਹੈ ਡੋਲਾ ਬਾਹਾ, ਕਿਉਂਕਿ ਇਹ ਸਾਡੀ ਕੀ ਹੈ ਇੱਕ ਇੰਡਸ ਵੈਲੀ ਸਿਵਲਾਈਜੇਸ਼ਨ ਸਾਈਟ ਹੈ ਪੰਜਾਬ ਦੇ ਵਿੱਚ। ਇਸ ਤੋਂ ਇਲਾਵਾ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਹੋਰ ਕਿਹੜੀਆਂ ਚੀਜ਼ਾਂ ਪੁੱਛੀਆਂ ਜਾਂਦੀਆਂ ਕਿ ਪੰਜਾਬ ਦੇ ਵਿੱਚ ਵਾਈਲਡ ਲਾਈਫ ਸੈਂਚੁਰੀਜ਼ ਕਿੰਨੀਆਂ ਨੇ। ਨੈਸ਼ਨਲ ਪਾਰਕ ਤਾਂ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਹੈ ਨਹੀਂ, ਤਾਂ ਵਾਈਲਡ ਲਾਈਫ ਸੈਂਚੁਰੀਜ਼ ਦੀ ਗੱਲ ਕਰੀਏ, ਦੇਖੋ ਬੀਰ ਜਿਸ ਦੇ ਅੱਗੇ ਬੀਰ ਆ ਗਿਆ ਉਹ ਤਾਂ ਤੁਸੀਂ ਸਮਝ ਹੀ ਲੈਣਾ ਹੈ ਕਿ ਉਹ ਪਟਿਆਲਾ ਦੇ ਵਿੱਚ ਹੀ ਹੈ, ਠੀਕ ਹੈ। ਪਟਿਆਲਾ ਦੇ ਵਿੱਚ ਬਹੁਤ ਸਾਰੀਆਂ ਵਾਈਲਡ ਲਾਈਫ ਸੈਂਚੁਰੀਜ਼ ਨੇ ਤੇ ਜਿਹਦੇ ਅੱਗੇ ਬੀਰ ਆ ਗਿਆ ਉਹ ਕਿੱਥੇ ਹੈ, ਪਟਿਆਲਾ ਦੇ ਵਿੱਚ ਹੈ। ਬੀਰ ਮੋਤੀ ਬਾਗ ਵਾਈਲਡ ਲਾਈਫ ਸੈਂਚੁਰੀ ਮਾਨਸਾ ਦੇ ਵਿੱਚ ਹੈ, ਬਸ ਇੱਕ ਹੀ ਹੈ ਜੋ ਮੈਂ ਉੱਪਰ ਲਿਖੀ ਹੈ, ਠੀਕ ਹੈ। ਮੋਤੀ ਬਾਗ ਵਾਈਲਡ ਲਾਈਫ ਸੈਂਚੁਰੀ ਤੁਹਾਨੂੰ ਮਾਨਸਾ ਦੇ ਵਿੱਚ ਦੇਖਣ ਨੂੰ ਮਿਲੇਗੀ। ਦੁਸਾਂਝ ਪਟਿਆਲਾ ਦੇ ਵਿੱਚ ਹੈ, ਭਾਦਸੋਂ ਪਟਿਆਲਾ ਦੇ ਵਿੱਚ ਹੈ, ਮੇਹਸ ਵਾਈਲਡ ਲਾਈਫ ਸੈਂਚੁਰੀ ਪਟਿਆਲਾ ਦੇ ਵਿੱਚ ਹੈ, ਗੁਰਦਿਆਲਪੁਰ ਪਟਿਆਲਾ ਦੇ ਵਿੱਚ ਹੈ, ਅਸ਼ਵਾਨ ਠੀਕ ਹੈ। ਵੀਰ ਅਸ਼ਵਾਨ ਵਾਈਲਡ ਲਾਈਫ ਸੈਂਚੁਰੀ ਬਹੁਤ ਇੰਪੋਰਟੈਂਟ ਹੈ, ਸੰਗਰੂਰ ਦੇ ਵਿੱਚ ਦੇਖਣ ਨੂੰ ਮਿਲੇਗੀ। ਹਰੀਕੇ ਵਾਈਲਡ ਲਾਈਫ ਸੈਂਚੁਰੀ ਤਰਨਤਾਰਨ, ਇਹ ਤਾਂ ਇੰਨੀ ਵਾਰ ਰਿਪੀਟ ਕਰ ਦਿੱਤਾ ਅੱਜ ਦੇ ਲੈਕਚਰ ਦੇ ਵਿੱਚ, ਤੁਹਾਨੂੰ ਯਾਦ ਹੀ ਹੋ ਗਿਆ ਹੋਏਗਾ। ਸੋ ਵੀਰ ਐਸ਼ਵਾਨ ਤੇ ਵੀਰ ਮੋਤੀ ਬਾਗ ਵੈਸੇ ਇਹਨੂੰ ਥੋੜਾ ਹੈਸ਼ ਪਾ ਕੇ ਪਟਿਆਲਾ 'ਚ ਹੀ ਪਾ ਲਓ, ਇਹ ਪਟਿਆਲਾ 'ਚ ਹੈ ਇਹ, ਠੀਕ ਹੈ। ਸੋ ਹਰੀਕੇ ਵੈਟਲੈਂਡ ਤਰਨਤਾਰਨ ਦੇ ਵਿੱਚ ਹੈ। ਤਖਨੀ ਰਹਿਮਾਪੁਰ ਇਹ ਹੁਸ਼ਿਆਰਪੁਰ ਦੇ ਵਿੱਚ ਹੈ। ਦੇਖੋ ਇਹਨੂੰ ਯਾਦ ਤੁਸੀਂ ਕਿਵੇਂ ਕਰ ਸਕਦੇ ਹੋ ਤਖਨੀ ਰਹਿਮਾਪੁਰ ਨੂੰ। ਦੇਖੋ ਹੁਸ਼ਿਆਰਪੁਰ ਉਹ ਡਿਸਟ੍ਰਿਕਟ ਹੈ ਜਿੱਥੇ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਲੋਕ ਪਾਏ ਜਾਂਦੇ ਨੇ ਤੇ ਜਿੱਥੇ ਕੀ ਹੈ ਜਿੱਥੇ ਸਭ ਤੋਂ ਜ਼ਿਆਦਾ ਜੰਗਲ ਫੋਰੈਸਟ ਏਰੀਆ ਪਾਇਆ ਜਾਂਦਾ ਹੈ 32%। ਸੋ ਇੱਥੇ ਕੀ ਹੈ ਇਸ ਏਰੀਆ ਦੇ ਉੱਤੇ ਰਹਿਮ ਹੋਈ ਹੈ, ਠੀਕ ਹੈ। ਪਰਮਾਤਮਾ ਦੀ ਕੀ ਹੋਈ ਹੈ, ਰਹਿਮ ਹੋਈ ਹੈ। ਸੋ ਇਸ ਨਾਲ ਤੁਸੀਂ ਤਖਨੀ ਰਹਿਮਾਪੁਰ ਨੂੰ ਯਾਦ ਰੱਖ ਸਕਦੇ ਹੋ, ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗੀ। ਇਸ ਤੋਂ ਇਲਾਵਾ ਸਭ ਤੋਂ ਇੰਪੋਰਟੈਂਟ ਵਾਈਲਡ ਲਾਈਫ ਸੈਂਚੁਰੀ ਜੋ ਵਾਰ-ਵਾਰ ਐਗਜ਼ਾਮ ਦੇ ਵਿੱਚ ਪੁੱਛੀ ਜਾਂਦੀ ਹੈ, ਅਬੋਹਰ ਵਾਈਲਡ ਲਾਈਫ ਸੈਂਚੁਰੀ ਹੈ ਜੀ, ਜੋ ਤੁਹਾਨੂੰ ਫਿਰੋਜ਼ਪੁਰ ਦੇ ਵਿੱਚ ਦੇਖਣ ਨੂੰ ਮਿਲੇਗੀ, ਠੀਕ ਹੈ। ਤੇ ਇਹ ਉਹ ਵਾਈਲਡ ਲਾਈਫ ਸੈਂਚੁਰੀ ਹੈ, ਅਬੋਹਰ ਵਾਈਲਡ ਲਾਈਫ ਸੈਂਚੁਰੀ ਉਹ ਵਾਈਲਡ ਲਾਈਫ ਸੈਂਚੁਰੀ ਹੈ ਜਿੱਥੇ ਤੁਹਾਨੂੰ ਬਲੈਕ ਬਗ ਦੇਖਣ ਨੂੰ ਮਿਲੇਗਾ, ਜੋ ਸਾਡਾ ਸਟੇਟ ਐਨੀਮਲ ਹੈ ਕਾਲਾ ਹਿਰਨ ਹੈ, ਅਬੋਹਰ ਵਾਈਲਡ ਲਾਈਫ ਸੈਂਚੁਰੀ ਦੇ ਵਿੱਚ ਮਿਲੇਗਾ। ਇਸ ਤੋਂ ਇਲਾਵਾ ਝੱਜਰ ਬਚੌਲੀ ਇਹ ਤੁਹਾਡੀ ਰੋਪੜ ਦੇ ਵਿੱਚ ਮਿਲੇਗੀ। ਕਥਲੌਰ ਕਸ਼ੂਆਨ ਗੁਰਦਾਸਪੁਰ ਦੇ ਵਿੱਚ ਮਿਲੇਗੀ ਤੇ ਬੀਰ ਭੁੰਨਰਹੇੜੀ ਇਹ ਵੀ ਤੁਹਾਨੂੰ ਕਿੱਥੇ ਮਿਲੇਗੀ, ਪਟਿਆਲਾ ਦੇ ਵਿੱਚ ਹੀ ਮਿਲੇਗੀ ਇਹ। ਸੋ ਪਹਿਲੀ ਤੁਸੀਂ ਠੀਕ ਕਰ ਲਿਓ। ਨੈਕਸਟ ਆ ਜਾਂਦੇ ਨੇ ਕਿ ਪੰਜਾਬ ਦੇ ਵਿੱਚ ਕਿਹੜੇ ਕਮਿਊਨਿਟੀ ਰਿਜ਼ਰਵਸ ਨੇ। ਲਲਵਾਨ ਕਮਿਊਨਿਟੀ ਰਿਜ਼ਰਵੀਅਰ ਹੈ ਜੋ ਹੁਸ਼ਿਆਰਪੁਰ ਦੇ ਵਿੱਚ ਹੈ, ਲਲਵਾਨ। ਸੋ ਜਸਟ ਇਹਨਾਂ ਨੂੰ ਰੱਟਾ ਹੀ ਲਾ ਲਓ, ਯਾਦ ਹੀ ਕਰ ਲਓ, ਬਸ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ। ਕੇਸ਼ਵਪੁਰ ਚੰਬਾ, ਕੇਸ਼ਵਪੁਰ ਤਾਂ ਤੁਸੀਂ ਪਿੱਛੇ ਵਾਈਲਡ ਲਾਈਫ ਸੈਂਚੁਰੀ ਵੀ ਕਰਕੇ ਆਏ ਹੋ, ਗੁਰਦਾਸਪੁਰ ਦੇ ਵਿੱਚ ਹੈ।
ਸਿਸਵਾਨ ਕਮਿਊਨਿਟੀ ਰਿਜ਼ਰਵੀਅਰ ਐਸਐਸ ਨਗਰ ਦੇ ਵਿੱਚ ਹੈ। ਨੈਕਸਟ ਮੂਵ ਕਰੀਏ ਤਾਂ 4 ਕੰਜ਼ਰਵ, ਦੇਖੋ ਜਿਵੇਂ ਕਮਿਊਨਿਟੀ ਰਿਜ਼ਰਵੀਅਰ ਨੇ ਉਵੇਂ ਕੰਜ਼ਰਵੇਸ਼ਨ ਰਿਜ਼ਰਵ ਵੀ ਹੈ। ਜਿਵੇਂ ਰੱਖ ਸਰਾਈ ਅਮਾਨਤ ਖਾਨ ਹੈ ਤਰਨਤਾਰਨ ਦੇ ਵਿੱਚ ਹੈ, ਬਿਆਸ ਰੀਵਰ ਹੈ ਹਰੀਕੇ ਦੇ ਵਿੱਚ ਹੈ, ਰਣਜੀਤ ਸਾਗਰ ਡੈਮ ਹੈ ਸਾਡਾ ਗੁਰਦਾਸਪੁਰ ਡਿਸਟ੍ਰਿਕਟ, ਰੋਪੜ ਵੈਟਲੈਂਡ ਹੈ ਰੋਪੜ। ਸੋ ਇਹਨਾਂ ਕਮਿਊਨਿਟੀ ਰਿਜ਼ਰਵ ਜਾਂ ਕੰਜ਼ਰਵੇਸ਼ਨ ਰਿਜ਼ਰਵ ਦੇ ਵਿੱਚੋਂ ਅੱਜ ਤੱਕ ਐਗਜ਼ਾਮ ਦੇ ਵਿੱਚ ਕੁਐਸਚਨ ਦੇਖਣ ਨੂੰ ਜ਼ਿਆਦਾਤਰ ਨਹੀਂ ਮਿਲਿਆ। ਜਸਟ ਫॉर ਯੂਅਰ ਨੌਲੇਜ ਕਿ ਤੁਹਾਨੂੰ ਇਸ ਚੀਜ਼ਾਂ ਬਾਰੇ ਜਸਟ ਪਤਾ ਹੋਵੇ ਕਿ ਅਗਰ ਐਗਜ਼ਾਮੀਨਰ ਦਾ ਕਦੇ ਮੂਡ ਬਣਿਆ ਤਾਂ ਉਹ ਐਗਜ਼ਾਮ ਦੇ ਵਿੱਚ ਪਾ ਦੇ ਤੇ ਬਟ ਤੁਹਾਨੂੰ ਆਉਣਾ ਚਾਹੀਦਾ ਹੈ। ਪੰਜਾਬ ਦੇ ਬਟ ਵੈਟਲੈਂਡ ਤੇ ਜੂਲੋਜੀਕਲ ਪਾਰਕ ਔਰ ਡੀਅਰ ਪਾਰਕ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ, ਇੱਥੋਂ ਐਗਜ਼ਾਮੀਨਰ ਵਾਰ-ਵਾਰ ਕੁਐਸਚਨ ਪੁੱਛਦਾ ਹੈ। ਸੋ ਮਹਿੰਦਰਾ ਚੌਧਰੀ ਜੂਲੋਜੀਕਲ ਪਾਰਕ ਜਿਹਨੂੰ ਛੱਤਬੀੜ ਵੀ ਕਹਿੰਦੇ ਨੇ, ਆਲਮੋਸਟ ਸਾਰੇ ਹੀ ਬੱਚੇ ਜਦੋਂ ਆਪਣੇ ਸਕੂਲ ਟਾਈਮ 'ਚ ਹੋਣਗੇ ਸਭ ਨੇ ਹੀ ਇਸ ਛੱਤਬੀੜ ਨੂੰ ਦੇਖਿਆ ਹੋਏਗਾ ਕਿਉਂਕਿ ਛੋਟਾ ਜਿਹਾ ਟ੍ਰਿਪ ਬਣਦਾ ਹੁੰਦਾ ਸੀ ਜੋ ਮੋਹਾਲੀ ਦੇ ਵਿੱਚ ਹੈ। ਟਾਈਗਰ ਸਫਾਰੀ ਤੁਹਾਨੂੰ ਲੁਧਿਆਣਾ ਦੇ ਵਿੱਚ ਮਿਲੇਗੀ, ਡੀਅਰ ਪਾਰਕ ਨੀਲੋ ਲੁਧਿਆਣਾ ਦੇ ਵਿੱਚ ਮਿਲੇਗਾ। ਇੱਕ ਡੀਅਰ ਪਾਰਕ ਤੁਹਾਨੂੰ ਨੀਲੋ ਲੁਧਿਆਣਾ ਦੇ ਵਿੱਚ ਮਿਲੇਗਾ ਤੇ ਦੂਸਰਾ ਡੀਅਰ ਪਾਰਕ ਬੀਰ ਮੋਤੀ ਬਾਗ ਪਟਿਆਲਾ ਦੇ ਵਿੱਚ ਮਿਲੇਗਾ। ਨੈਕਸਟ ਡੀਅਰ ਪਾਰਕ ਬੀਰ ਤਲਬ ਇਹ ਬਠਿੰਡਾ ਦੇ ਵਿੱਚ ਮਿਲੇਗਾ। ਠੀਕ ਹੈ ਜੀ, ਸੋ ਨੈਕਸਟਲੀ ਮੂਵ ਕਰਦੇ ਹਾਂ। ਨੈਕਸਟ ਹੈ ਸਾਡੇ ਸੋਇਲਸ ਬਾਰੇ ਹੈ। ਬਸ ਇੰਨਾ ਕੁ ਪਤਾ ਹੋਣਾ ਚਾਹੀਦਾ ਕਿ ਕਿੰਨੇ ਤਰੀਕੇ ਦੀਆਂ ਸੋਇਲਸ ਪਾਈਆਂ ਜਾਂਦੀਆਂ, ਵੈਸੇ ਆਪਾਂ ਕੱਲ ਦੇ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਸੋ ਇਸ ਦੇ ਨਾਲ ਹੀ ਸਾਡਾ ਅੱਜ ਦਾ ਲੈਕਚਰ ਹੁੰਦਾ ਹੈ ਕੰਪਲੀਟ। ਸੋ ਥੈਂਕ ਯੂ ਸੋ ਮਚ। ਹੋਪਫੁਲੀ ਤੁਹਾਨੂੰ ਲੈਕਚਰ ਬਹੁਤ ਜ਼ਿਆਦਾ ਪਸੰਦ ਆਇਆ ਹੋਏਗਾ ਤੇ ਬਹੁਤ ਹੀ ਈਜ਼ੀ ਵੇ ਦੇ ਨਾਲ ਛੋਟੀ ਛੋਟੀ ਟਰਮਸ ਨੂੰ ਡਿਸਕਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਥੈਂਕ ਯੂ ਸੋ ਮਚ।